क्योंकि कल नूं मैणे ना मारन साडियां अगलियां जनरेशनस कि तुसीं साडे वास्ते कीता की। ਅਸੀਂ ਸੜਕ ਤੇ ਬੈਠੇ ਹਾਂ, ਅਸੀਂ ਲੋਲੀਪੌਪ ਬੁਆਏ ਤਾਂ ਹੈ ਨਹੀਂ। हथ ते काली पट्टी बन के मैं भी फिर रही हाँ। ਪਰ ਮੇਰੀ ਇੱਕ ਹੁਣ ਅੱਜ ਕਲਾਕਾਰ ਨਹੀਂ ਹੈਗੇ ਅਸੀਂ। ਅੱਜ ਅਸੀਂ ਜੱਟ ਦੇ ਪੁੱਤ ਹਾਂ, ਕਿਸਾਨ ਹਾਂ ਅਸੀਂ ਅੱਜ, ਇਸ ਕਰਕੇ ਅੱਜ ਜੇ ਪੈਣਗੀਆਂ ਵੀ ਦਿਖਾਵਾਂਗੇ। ਮੰਚ ਇਦਾਂ ਦੇ ਵੀ ਹੁੰਦੇ ਨੇ, ਟਰੈਕਟਰ ਟਰਾਲੀਆਂ ਦੇ ਵੀ ਹੁੰਦੇ ਨੇ। दिन मंग पूरी नहीं होती उतने दिन यूं ही धरना लगातार लगता रहेगा लगातार। ਕਿਸਾਨਾਂ ਦੇ ਨਾਲ ਆ, ਕਿਸਾਨਾਂ ਲਈ ਕੁਰਬਾਨੀ ਦੇਣੀ ਪਈ। ਸਭ ਤੋਂ ਪਹਿਲਾਂ ਦਿੱਲੀ ਜਾ ਕੇ ਸ਼ਹੀਦ ਹੋਊਗਾ। ਤੇ ਇਸ ਮੁੱਦੇ ਦੇ ਉੱਤੇ ਜਿੱਥੇ ਵੀ ਆਣ ਖੜਨਾ ਹੋਏਗਾ FIA ਮੀਡੀਆ ਉੱਥੇ ਖੜਾ ਰਹੇਗਾ। दिन ਵੱਡਾ ਦਿਨ ਹੈ, ਦਿਨ ਇਤਿਹਾਸਿਕ ਤੌਰ ਤੇ ਉਲੀਕਿਆ ਜਾ ਸਕਦਾ ਹੈ ਕਿਉਂਕਿ ਕੱਲ ਨੂੰ ਮੈਣੇ ਨਾ ਮਾਰਨ ਸਾਡੀਆਂ ਅਗਲੀਆਂ ਜਨਰੇਸ਼ਨਸ ਕਿ ਤੁਸੀਂ ਸਾਡੇ ਵਾਸਤੇ ਕੀਤਾ ਕੀ। ਸੋ ਉਹ ਮੈਣਾ ਉਦੋਂ ਨਾ ਵੱਜੇ ਤਾਂ ਕਰਕੇ ਅੱਜ ਜੁਟਣਾ ਜ਼ਰੂਰੀ ਸੀ। ਹੁਣ ਗੱਲ ਇੱਥੇ ਇਹ ਨਿਕਲ ਕੇ ਆਉਂਦੀ ਆ ਕਿ ਜਦੋਂ ਆਪਾਂ ਗੱਲ ਕਰਦੇ ਆ ਫਿਊਚਰ ਦੀ, ਉਸ ਲਈ ਸਾਨੂੰ ਆਪਣਾ ਅੱਜ ਸਵਾਰਨਾ ਪੈਂਦਾ ਹੈ ਤੇ ਇੱਥੇ ਸਾਰੇ ਆਪਣਾ ਅੱਜ ਸਵਾਰਨ ਆਏ ਨੇ। ਅਕਸਰ ਇਦਾਂ ਹੁੰਦਾ ਕਿ ਨਿਊਜ਼ ਚੈਨਲਸ ਕਦੀ ਵੀ ਇੱਕ ਪਾਸੜ ਗੱਲ ਨਹੀਂ ਕਰਦੇ, ਨਿਊਟਰਲ ਗੱਲ ਕਰਦੇ ਹੈਗੇ ਆ, ਪਰ ਇੱਥੇ ਅੱਜ ਜਿਹੜੀ ਗੱਲ ਹੋਏਗੀ ਉਹ ਸਿੱਧੇ ਅਸੀਂ ਇਸੇ ਤਰ੍ਹਾਂ ਦੀ ਕਰਾਂਗੇ ਜਿਹੜੀ ਨਿਊਟਰਲ ਹੋਏਗੀ, ਸਹੀ ਹੋਏਗੀ, ਪਰ ਹੱਕ ਅਸੀਂ ਕਿਸਾਨਾਂ ਵੱਲ ਨੂੰ ਹੈਗੇ ਆ, ਉਹਨਾਂ ਦੇ ਹੱਕ ਵੱਲ ਨੂੰ ਹੈਗੇ ਆ। ਤੇ ਮੇਰੇ ਨਾਲ ਜੇ ਹੈਗੇ ਨੇ, ਜੇ ਸਵੇਰ ਤੋਂ ਆ ਕੇ ਹੁਣ ਤੱਕ ਤੁਸੀਂ ਦੇਖਿਆ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਹਨ। ਸਵੇਰ ਤੋਂ ਜਿੱਦਾਂ ਅਸੀਂ ਦੇਖਿਆ ਕਿ ਕਈ ਜਿਹੜੇ ਕਿਸਾਨਾਂ ਦੇ ਪੁੱਤ ਨੇ, ਕਿਸਾਨ ਨੇ, ਪਹੁੰਚ ਚੁੱਕੇ ਨੇ। ਵੱਡਾ ਪੱਧਰ ਤੇ ਅੱਜ ਧਰਨਾ ਦੇਖਣ ਨੂੰ ਮਿਲ ਸਕਦਾ ਹੈ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡੇ ਪੱਧਰ ਤੇ ਗੱਡੀਆਂ ਇੱਥੇ ਲੱਗੀਆਂ ਨੇ। ਤਾਂ ਇੱਕ ਅੱਜ ਦਾ ਦਿਨ ਜਿਹੜਾ ਹੈ ਇਤਿਹਾਸਿਕ ਦਿਨ ਬਣ ਸਕਦਾ ਹੈ। ਤੇ ਦੇਖਣਾ ਇਹ ਹੋਏਗਾ ਕਿ ਹੁਣ ਇਹਨਾਂ ਦੀ ਆਵਾਜ਼ ਕੇਂਦਰ ਤੱਕ ਪਹੁੰਚਦੀ ਹੈ ਕਿ ਨਹੀਂ, ਜਿਹੜੀ ਪੰਜਾਬ ਦੀਆਂ ਜੜ੍ਹਾਂ ਨੇ ਉਹ ਹਿਲਦੀਆਂ ਦਿਖਾਈ ਦੇਣਗੀਆਂ ਕਿ ਨਹੀਂ। ਜੀ ਸਾਡੇ ਨਾਲ ਕੁਝ ਬੈਨਰਸ, ਪਰ ਸਭ ਤੋਂ ਪਹਿਲਾਂ ਦੱਸੋ ਬੈਨਰ ਕੀ ਕਹਿੰਦਾ ਹੈਗਾ ਤੁਹਾਡਾ, ਤਖਤੀ ਕੀ ਕਹਿੰਦੀ ਹੈ? ਬੈਨਰ ਕਹਿੰਦਾ ਜੀ ਲੜਾਂਗੇ ਮਰਾਂਗੇ ਰੱਜ ਕੇ ਵਿਰੋਧ ਕਰਾਂਗੇ, ਮਿੱਟੀ ਤੇ ਹੋਂਦ ਖਾਤਰ ਜਾਨ ਤਲੀ ਤੇ ਧਰਾਂਗੇ। ਇੰਨੇ ਤਲਖ ਤੇਵਰ ਜਿਹੜੇ ਨੇ ਉਹ ਹੁਣ ਤੱਕ ਵੇਖਣ ਨੂੰ ਮਿਲ ਰਹੇ ਨੇ, ਕੱਲ ਵੀ ਵੇਖਣ ਨੂੰ ਮਿਲੇ, ਉਸ ਤੋਂ ਪਹਿਲਾਂ ਵੀ ਵੇਖਣ ਨੂੰ ਮਿਲੇ, ਪਰ ਅੱਜ ਦਾ ਦਿਨ ਜਿਹੜਾ ਹੈ ਉਹ ਸਭ ਤੋਂ ਖਾਸ ਮੰਨਿਆ ਜਾ ਰਿਹਾ ਹੈ। ਕੀ ਕੁਝ ਪ੍ਰੋਗਰਾਮ ਉਲੀਕਿਆ? ਜਿਵੇਂ ਤੁਹਾਨੂੰ ਪਤਾ ਹੀ ਹੈ ਜੀ, ਅੱਜ ਪੂਰੀਆਂ ਪੰਜਾਬ ਦੇ ਕਿਸਾਨ ਜਥੀਆਂ ਵੱਲੋਂ ਪੂਰੇ ਪੰਜਾਬ ਵਿੱਚ ਅੱਜ ਬਹੁਤ ਵੱਡੇ ਲੈਵਲ ਤੇ ਅੰਦੋਲਨ ਹੋ ਰਿਹਾ, ਕਿਉਂਕਿ ਇਹ ਇਕੱਲਾ ਕਿਸਾਨ ਮਾਰੂ ਬਿੱਲ ਨਹੀਂ, ਇਹ ਲੋਕ ਮਾਰੂ ਬਿੱਲ ਆ। ਇਹਦਾ ਪ੍ਰਭਾਵ ਇਕੱਲੇ ਕਿਸਾਨਾਂ ਤੇ ਨਹੀਂ, ਹਰ ਇੱਕ ਹਿੱਤ ਤੇ ਪਵੇਗਾ। ਤੇ ਇਸ ਲਈ ਅੱਜ ਜ਼ਰੂਰਤ ਸੀ ਇਹ ਅੰਦੋਲਨ ਕਰਨ ਦੀ, ਕਿਉਂਕਿ ਜੇ ਅਸੀਂ ਅੱਜ ਅੰਦੋਲਨ ਕਰਾਂਗੇ ਤਾਂ ਜਿਹੜੀ ਇਹ ਆਵਾਜ਼ ਆ, ਇਹ ਅੰਦੋਲਨ ਆ, ਇਹ ਮੋਦੀ ਦੇ ਕੰਨਾਂ ਤੱਕ ਫੇਰ ਹੀ ਉੱਪੜੇਗਾ। ਜੀ ਇਹ ਹੁਣ ਤਾਂ ਆਰ ਪਾਰ ਦੀ ਲੜਾਈ ਹੋ ਗਈ ਆ, ਹੈ ਨਾ। ਹੁਣ ਗੱਲ ਸਿਰਫ ਇੱਥੇ ਕਿਸਾਨ ਦੀ ਨਹੀਂ ਹੈਗੀ, ਗੱਲ ਹਰ ਉਸ ਸ਼ਖਸ ਦੀ ਹੈਗੀ ਆ ਜਿਹੜਾ ਕਿ ਸਿੱਧੇ ਜਾਂ ਸਿੱਧੇ ਤੌਰ ਤੇ ਕਿਸਾਨੀ ਨਾਲ ਜੁੜਿਆ, ਖੇਤੀਬਾੜੀ ਨਾਲ ਜੁੜਿਆ, ਭਾਵੇਂ ਉਹ ਜ਼ਿਮੀਂਦਾਰ ਹੈ, ਭਾਵੇਂ ਉਹ ਆੜ੍ਹਤੀ ਹੈ, ਭਾਵੇਂ ਉਹ ਛੋਟੇ ਦੁਕਾਨਦਾਰ ਨੇ, ਤੇ ਭਾਵੇਂ ਉਹ ਇੱਕ ਛੋਟਾ ਜਿਹਾ ਸਕੂਲ 'ਚ ਪੜ੍ਹਦਾ ਹੋਇਆ ਬੱਚਾ ਹੈ, ਜਿਹੜਾ ਕਿ ਹੁਣ ਫਿਲਹਾਲ ਆਪਣੇ ਆਪ 'ਚ ਕੱਲ੍ਹ ਨੂੰ ਜਦ ਪੁੱਛ ਸਕਦਾ ਹੈਗਾ ਕਿ ਤੁਸੀਂ ਕੀ ਕੀਤਾ, ਅੱਜ ਜਵਾਬ ਦੇਣਾ ਆਇਓ। ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਗੱਲ ਕਹੀ ਆ ਵੀ ਜਿਹੜੀ ਕਿਸਾਨੀ ਆ, ਉਹ ਜਿਹੜੇ ਤੁਸੀਂ ਵਰਗ ਗਿਣਾਏ ਨੇ, ਆਪਾਂ ਵਰਗਾਂ ਨੂੰ ਆਪਾਂ ਗਿਣ ਹੀ ਨਹੀਂ ਸਕਦੇ, ਕਿਉਂਕਿ ਰੋਟੀ ਤੁਸੀਂ ਵੀ ਖਾਂਦੇ ਹੋ, ਰੋਟੀ ਅਸੀਂ ਵੀ ਖਾਂਦੇ ਹਾਂ, ਠੀਕ ਆ। ਇਸ ਕਰਕੇ ਇਹ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈਗੀ, ਇਹ ਪੂਰੇ ਪੰਜਾਬ ਦੀ ਲੜਾਈ ਹੈ। ਅੱਜ ਪੰਜਾਬ ਦੀ ਵੀ ਕੀ, ਪੂਰੇ ਇੰਡੀਆ ਦੀ ਲੜਾਈ ਹੈ, ਕਿਉਂਕਿ ਆਪਣਾ ਇੰਡੀਆ ਹੀ ਆ ਜਿਹੜਾ ਹਰੀ ਕ੍ਰਾਂਤੀ ਤੋਂ ਬਾਅਦ ਪੂਰੇ ਭਾਰਤ ਦਾ ਦੇਸ਼ ਦਾ ਆਪਣਾ ਢਿੱਡ ਭਰ ਰਿਹਾ। ਤੇ ਗੱਲ ਜਿੱਥੇ ਤੁਸੀਂ ਕਹੀ ਆ ਵੀ ਕਿੰਨਾ ਜਿਹੜੀ ਅਗਲੀ ਆਉਣ ਵਾਲੀ ਪੀੜ੍ਹੀ ਆ, ਹਾਂ ਸਾਨੂੰ ਕਿੰਨਾ ਕੁਐਸਚਨ ਜ਼ਰੂਰ ਕਰੇਗੀ, ਪਰ ਕਿੰਨਾ ਅਸੀਂ ਅੱਜ ਜਦੋਂ ਇੱਥੇ ਆ ਕੇ ਘੱਟੋ ਘੱਟ ਅਸੀਂ ਇਹ ਤਾਂ ਕਹਾਂਗੇ ਵੀ ਅਸੀਂ ਉਸ ਟਾਈਮ ਜਦੋਂ ਅੰਦੋਲਨ ਹੋਇਆ ਸੀ ਅਸੀਂ ਉਸ ਦੇ ਹਿੱਸਾ ਬਣੇ ਸੀਗੇ। ਜਿਵੇਂ ਕਿ ਨਾ ਅਸੀਂ ਪੜ੍ਹਦੇ ਹਾਂ, ਆਪਣੀ ਹਿਸਟਰੀ ਪੜ੍ਹਦੇ ਹਾਂ, ਜਦੋਂ ਪਿਛਲੇ ਮੋਰਚੇ ਲੱਗੇ ਸੀ, ਸਾਡੇ ਬਜ਼ੁਰਗਾਂ ਨੇ ਮੋਰਚੇ ਲਾਏ ਸੀਗੇ, ਤਾਂ ਅਸੀਂ ਵੀ ਕਿੰਨਾ ਮਾਣ ਕਰਦੇ ਹਾਂ। ਤਾਂ ਮੈਂ ਚਾਹੁੰਦਾ ਵੀ ਸਾਡੀ ਆਉਣ ਵਾਲੀ ਪੀੜ੍ਹੀ ਵੀ ਸਾਡੇ ਤੇ ਮਾਣ ਕਰੇ। ਅੱਜ ਕੁਝ ਵੀ ਹੋ ਸਕਦਾ, ਸਾਰੇ ਜਾਣਦੇ ਆ। ਵਾਟਰ ਕੈਨਨ ਵੀ ਚੱਲ ਸਕਦਾ, ਡਾਂਗਾ ਵੀ ਵੜ ਸਕਦੀਆਂ, ਜੇਲ੍ਹਾਂ 'ਚ ਵੀ ਜਾ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਟੀਅਰ ਗੈਸ ਵੀ ਜਿਹੜੀ ਕਿ ਤੁਹਾਨੂੰ 2 ਦਿਨ ਬੇਸੁਰਤ ਕਰ ਦਿੰਦੀ ਹੈਗੀ ਆ। ਸਾਰਾ ਕੁਝ ਹੋ ਸਕਦਾ, ਫਿਰ ਵੀ ਤਿਆਰ ਹੋ? ਫਿਰ ਵੀ ਤਿਆਰ ਹਾਂ ਅਸੀਂ। ਇਹ ਜਿਹੜੇ ਡੈਥ ਵਾਰੰਟਸ ਆਰਡੀਨੈਂਸਿਸ ਦੇ ਰਾਹੀਂ
ਮੋਦੀ ਹਕੂਮਤ ਨੇ ਸਾਡੇ ਪੰਜਾਬ ਦੇ ਲੋਕਾਂ ਤੇ ਥੋਪੇ ਨੇ। ਸਾਡੇ ਨਾਲ ਕੋਈ ਟੇਬਲ ਟਾਕ ਨਹੀਂ ਕੀਤੀ ਗਈ, ਕੋਈ ਰਾਜ ਸਭਾ 'ਚ ਸਾਡਾ ਮੈਂਡੇਟ ਨਹੀਂ ਸੁਣਿਆ ਗਿਆ, ਸਾਡੇ ਜਿਹੜੇ ਨੁਮਾਇੰਦੇ ਚੁਣੇ ਗਏ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ। ਸਿਰਫ 2 ਮਿੰਟ ਦੀ ਸਪੀਚ ਲਈ ਉਹਨਾਂ ਨੂੰ 10 ਵਾਰੀ ਪਲੀਜ਼ ਕਹਿਣਾ ਪੈ ਰਿਹਾ ਹੈ। ਜੇ ਲੱਖਾਂ ਦੀ ਲੋਕਾਂ ਤਾਦਾਦ 'ਚ ਲੋਕ ਵੋਟਾਂ ਪਾ ਕੇ ਨੁਮਾਇੰਦਿਆਂ ਨੂੰ ਚੁਣ ਕੇ ਪਾਰਲੀਮੈਂਟ 'ਚ ਗੱਲ ਕਰਨ ਲਈ ਭੇਜਦੇ ਨੇ, ਜੇ ਉਹ ਸਾਡੇ ਨਾਲ ਗੱਲ ਕਰਨ ਲਈ ਤਿਆਰ ਹੀ ਨਹੀਂ ਹੈਗੇ, ਫਿਰ ਅਸੀਂ ਸੜਕਾਂ ਤੇ ਹੀ ਆਵਾਂਗੇ। ਸਾਡੇ ਨਾਲ ਨੈਗੋਸ਼ੀਏਸ਼ਨ ਕਰਨ, ਸਾਨੂੰ ਬਹਿ ਕੇ ਸੈਟੀਸਫਾਈ ਕਰਨ ਕਿਸਾਨਾਂ ਨੂੰ ਵੀ ਇਹ ਤੁਹਾਡੇ ਕਿਵੇਂ ਕਿਸਾਨ ਹਿਤੈਸ਼ੀ ਹੈ। ਇਹ ਤਾਂ ਸਾਨੂੰ ਮਤਲਬ ਕਿ ਜਮੀ ਸਲੇਵਸ ਬਣਾਉਣ ਲਈ ਕਾਰਪੋਰੇਟ ਹਾਊਸਿਸ ਨੂੰ ਮੋਦੀ ਨੇ ਆਪਣੀਆਂ ਸਾਰੀ ਹਕੂਮਤ ਨੇ ਸੋਲਸ ਵੇਚ ਦਿੱਤੀਆਂ ਨੇ, ਉਹ ਤਾਂ ਕਾਰਪੋਰੇਟਸ ਦੇ ਹਵਾਲੇ ਕਰ ਦੇਣਾ ਚਾਹੁੰਦੇ ਨੇ, ਸਾਨੂੰ ਰਿਸੋਰਸਿਸ ਤੋਂ ਵਾਂਝੇ ਕਰ ਦੇਣਾ ਚਾਹੁੰਦੇ ਨੇ। ਅਗਰੇਰੀਅਨ ਇਕਨੋਮੀ ਆ ਸਾਡੀ, ਸਾਡਾ ਮਾਡਲ ਹੈ ਜਿਹੜਾ ਕਿ ਵਿਦੇਸ਼ਾਂ ਤੱਕ ਜਾਣਾ ਚਾਹੀਦਾ। ਇਹ ਇੱਕ ਆਪਾਂ ਆਈਡੀਅਲ ਮਾਡਲ ਕ੍ਰੀਏਟ ਕੀਤਾ ਹੋਇਆ ਹੈ ਸਾਡੇ ਪੰਜਾਬ ਦੇ ਕਿਸਾਨਾਂ ਨੇ, ਤੇ ਫੂਡ ਸਿਕਿਉਰਿਟੀ 'ਚ ਅਸੀਂ ਕੰਟਰੀਬਿਊਟ ਕੀਤਾ ਹੈ। ਇਹ ਕੁਰਬਾਨੀਆਂ ਅਸੀਂ ਕੀਤੀਆਂ ਨੇ, ਪਰ ਹੁਣ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਤੇ ਹੁਣ ਇਹਨਾਂ ਨੂੰ ਪ੍ਰੈਜ਼ੀਡੈਂਟ ਹੈ ਇਹਨਾਂ ਦੇ ਬਿਲਸ ਤੇ ਥੋੜੇ ਦਿਨਾਂ 'ਚ ਅਸੈਂਟ ਦੇਵੇਗਾ ਤੇ ਉਹ ਤੋਂ ਬਾਅਦ ਐਕਟ ਬਣਾ ਕੇ ਗੈਜ਼ਟ 'ਚ ਛਾਪ ਕੇ ਇੰਪਲੀਮੈਂਟੇਸ਼ਨ ਲਈ ਸਾਰੇ ਕਿਤੇ ਆਰਡਰਸ ਇਹ ਪਹੁੰਚਾਉਣਗੇ। ਪਰ ਅਸੀਂ ਲੜਦੇ ਰਹਾਂਗੇ, ਖੜਾਂਗੇ। ਸਾਡੇ ਨਾਲ ਦਲੀਲ ਨਾਲ ਜਦ ਤੱਕ ਇਹ ਗੱਲ ਨਹੀਂ ਕਰਦੇ ਅਸੀਂ ਸੜਕਾਂ ਤੇ ਵੀ ਆਵਾਂਗੇ, ਅਸੀਂ ਪ੍ਰੋਟੈਸਟ ਵੀ ਕਰਾਂਗੇ, ਕਿਉਂਕਿ ਅਸੀਂ ਡੈਮੋਕ੍ਰੇਸੀ ਨੂੰ ਨਹੀਂ ਮਰਨ ਦੇਣਾ ਚਾਹੁੰਦੇ। ਡੈਮੋਕ੍ਰੇਸੀ ਦੀ ਧੌਣ ਤੇ ਇਹਨਾਂ ਨੇ ਗੋਡਾ ਰੱਖਿਆ ਹੋਇਆ ਹੈ ਵੀ ਜੋ ਵੀ ਬੋਲੂਗਾ ਅਸੀਂ ਉਹਦੀ ਆਵਾਜ਼ ਬੰਦ ਕਰਾਉਣੀ ਹੀ ਕਰਾਉਣੀ ਹੈ। ਪਹਿਲਾਂ ਇਹਨਾਂ ਨੇ ਕਸ਼ਮੀਰੀ ਉੱਥੇ ਫੋਰਟਰੈਸ ਬਣਾਤੀ, ਉੱਥੇ ਆਰਮਡ ਫੋਰਸਿਸ ਲਾਤੀਆਂ ਇਹਨਾਂ ਨੇ, ਉਹਨਾਂ ਦੀ ਗੱਲ ਖਤਮ ਕਰ ਦਿੱਤੀ ਗਈ ਹੈ। ਕੋਆਪਰੇਟਿਵ ਫੈਡਰਲਿਜ਼ਮ ਦੇ ਕਾਰਡੀਨਲ ਪ੍ਰਿੰਸੀਪਲਸ ਨੂੰ ਵਾਇਲੇਟ ਕੀਤਾ ਗਿਆ ਹੈ। ਯੂਨੀਅਨ ਲਿਸਟ, ਇਹ ਕੱਲੀ ਯੂਨੀਅਨ ਲਿਸਟ ਇਹ ਰੱਖ ਲੈਣ, ਜੇ ਸਟੇਟ ਲਿਸਟ ਕਿਉਂ ਬਣਾਈ ਗਈ ਹੈ? 7th ਸ਼ਡਿਊਲ ਆਫ ਇੰਡੀਅਨ ਕਨਸਟੀਟਿਊਸ਼ਨ 'ਚ ਸਟੇਟ ਲਿਸਟ ਹੈ, ਐਂਟਰੀ 14 ਹੈ, ਉਹ ਐਗਰੀਕਲਚਰ ਬਾਰੇ ਦੱਸ ਰਹੀ ਹੈ। ਉਹ ਤੋਂ ਬਿਨਾ ਸਾਡੇ ਹੋਰ ਵੀ ਸਾਡੇ ਰਿਸੋਰਸਿਸ ਨੇ। ਸਾਡੀ ਇਹ ਡੈਮੋਕ੍ਰੇਸੀ ਤਾਂ ਅਸੀਂ ਕਹਿ ਹੀ ਨਹੀਂ ਸਕਦੇ। ਅਸੀਂ ਨਹੀਂ ਕਹਿ ਸਕਦੇ ਤੇ ਬੇਸਿਕਲੀ ਉਸ ਦਾ ਹਾਣ ਨਾ ਹੋਵੇ, ਉਸ ਦਾ ਕਤਲ ਨਾ ਹੋਵੇ, ਜੈ ਤਾਂ ਕਰਕੇ ਆਏ ਨੇ। ਇੱਕ ਪਲੀਜ਼ ਇਹਨਾਂ ਨੂੰ ਬਾਕੀ ਸਾਰਾ ਨਜ਼ਾਰਾ ਵੀ ਜ਼ਰੂਰ ਦਿਖਾਓ ਤੁਸੀਂ, ਬਾਕੀ ਹੋਰ ਸਵਾਲ ਤੁਹਾਡੇ ਜ਼ਰੂਰ ਹੋਣਗੇ, ਜ਼ਰੂਰ ਦੱਸੋ। ਉੱਥੇ ਨਾਅਰੇਬਾਜ਼ੀ ਵੀ ਸ਼ੁਰੂ ਹੋ ਗਈ ਹੈ। ਮੈਂ ਜੈ ਨੂੰ ਹੈਂਡਓਵਰ ਕਰ ਰਹੀ ਹਾਂ ਤੇ ਨਾਲੋਂ ਨਾਲ ਇਸ ਗੱਲ ਦਾ ਧਿਆਨ ਜ਼ਰੂਰ ਰੱਖਾਂਗੇ ਕਿ ਤਸਵੀਰ ਕੋਈ ਵੀ ਖੁੰਝੇ ਨਾਲ ਕੇਲਿਆਂ ਦਾ ਲੰਗਰ ਜਿਹੜਾ ਹੈ ਲਾਇਆ ਜਾ ਰਿਹਾ ਹੈ ਕਿ ਭੁੱਖ ਜਿਹੜੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਆ, ਰੋਟੀ ਦੀ ਲੜਾਈ ਜਿਹੜੀ ਆ ਸਭ ਤੋਂ ਵੱਡੀ ਚੀਜ਼ ਹੁੰਦੀ ਆ ਤੇ ਅੱਜ ਉਹੀ ਲੜਾਈ ਹੈ, ਪਰ ਆਪ ਦਾ ਧਿਆਨ ਜ਼ਰੂਰ ਰੱਖਣਾ ਹੈਗਾ। ਜੈ ਜੀ ਮੈਮ, ਤੁਹਾਨੂੰ ਦਿਖਾਣੇ ਆ ਕਿੰਨੇ ਵੱਡੇ ਪੱਧਰ ਤੇ ਕਿਸਾਨ ਦੇ ਜਿਹੜੇ ਪੁੱਤ ਨੇ, ਕਿਸਾਨ ਨੇ ਪਹੁੰਚ ਚੁੱਕੇ ਨੇ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋਗੇ ਵੱਡੇ ਪੱਧਰ ਤੇ ਧਰਨਾ ਅੱਜ ਇੱਕ ਇਤਿਹਾਸਿਕ ਦਿਨ ਬਣ ਸਕਦਾ ਹੈ। ਜਿੱਦਾਂ ਕਿ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਧਰਨਾ ਦੇਖਣ ਨੂੰ ਮਿਲ ਸਕਦਾ ਹੈ। ਅਸੀਂ ਗੱਲਬਾਤ ਵੀ ਜ਼ਰੂਰ ਕਰਾਂਗੇ ਇਹਨਾਂ ਨਾਲ ਕਿ ਅੱਜ ਦੀ ਜਿਹੜੀ ਆਵਾਜ਼ ਆ ਉਹ ਕੇਂਦਰ ਤੱਕ ਪਹੁੰਚਦੀ ਹੈ ਕਿ ਨਹੀਂ। ਜੀ ਪਹੁੰਚਣੀ ਚਾਹੀਦੀ ਹੈ ਜੀ, ਔਰ ਇਹ ਮੁੱਕਣਾ ਨਹੀਂ ਚਾਹੀਦਾ। ਮੈਂ ਹੁਣੇ ਵੀ ਬੋਲ ਕੇ ਹਟਿਆ ਕਿ ਮੁਕਾਬਲਾ ਜਿਹੜਾ ਢੀਠ ਨਾਲ ਹੈ। ਮੋਦੀ ਇੱਕ ਨੰਬਰ ਦਾ ਢੀਠ ਆਦਮੀ ਹੈ ਤੇ ਉਹ ਢੀਠ ਇੰਨੀ ਜਲਦੀ ਮੰਨਣ ਵਾਲਾ ਨਹੀਂ। ਇੱਥੋਂ ਅਗਰ ਅਸੀਂ ਮੁੜ ਗਏ, ਅੱਜ ਦੇ ਦਿਨ ਤੋਂ ਮੁੜ ਗਏ, ਤੇ ਫਿਰ ਸਾਡੀ ਜਿੱਤ ਨਹੀਂ ਹੈ। ਇਹ ਤਾਂ 15 ਦਿਨ ਲੱਗਦੇ, ਮਹੀਨਾ ਲੱਗਦਾ। ਇਹ ਰੌਲਾ ਇਦਾਂ ਹੀ ਪਿਆ ਰਹਿਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਕਿ ਕੇਂਦਰ ਤੱਕ ਅੱਜ ਦੀ ਜਿਹੜੀ ਆਵਾਜ਼ ਆ ਉਹ ਪਹੁੰਚੂਗੀ? ਪਿੱਛੇ ਜੇ ਹੁਣੇ 2 ਦਿਨ ਪਹਿਲਾਂ ਮੋਦੀ ਨੇ ਪਹਿਲੀ ਵਾਰੀ ਪੰਜਾਬੀ 'ਚ ਟਵੀਟ ਕੀਤਾ। ਪੰਜਾਬੀ 'ਚ ਟਵੀਟ ਕਰਨ ਦਾ ਕੀ ਮਤਲਬ ਹੈ? ਉਹਦੇ ਕੋਲ ਆਵਾਜ਼ ਪਹੁੰਚ ਰਹੀ ਹੈ ਤਾਂ ਹੀ ਉਹ ਪੰਜਾਬੀ 'ਚ ਉਹਨੇ ਟਵੀਟ ਕੀਤਾ। ਉਸ ਨੂੰ ਹੋਰ ਵੀ ਹਾਲੇ ਬਹੁਤ ਕੁਝ ਕਰਨਾ ਪੈਣਾ ਜੇ ਆਪਾਂ ਅੜੇ ਰਹੇ ਤੇ। ਆਉਣ ਵਾਲੇ ਟਾਈਮ ਤੇ ਕੀ ਦੇਖਦੇ ਹੋ ਤੁਸੀਂ ਕਿ ਜਿਹੜੇ ਬਿੱਲ ਨੇ ਉਹ ਪੰਜਾਬ 'ਚ ਰੱਦ ਕੀਤੇ ਜਾਣਗੇ? ਇਹ ਕੀਤੇ ਜਾਣੇ ਚਾਹੀਦੇ ਆ, ਉੱਥੇ ਤੱਕ ਸਾਨੂੰ ਲੜਨਾ ਚਾਹੀਦਾ। ਜਿੱਦਾਂ ਕਿ ਤੁਸੀਂ ਦਿਖਾ ਸਕਦੇ ਹੋ ਕਿ ਧਰਨਾ ਇਹਨਾਂ ਦਾ ਪ੍ਰਦਰਸ਼ਨ ਹੈ ਉਹ ਸ਼ੁਰੂ ਹੋ ਚੁੱਕਿਆ ਸ਼ੰਭੂ ਬਾਰਡਰ ਤੇ। ਤੁਹਾਡੀ ਗੱਲਬਾਤ ਵੀ ਕਰਾਵਾਂਗੇ। ਸਾਈਡ ਵਾਲੇ ਆ ਗਏ ਨੇ ਤੇ ਇੱਥੇ ਬੈਠਿਆਂ ਨੂੰ ਪ੍ਰਸ਼ਾਦਾ ਮਿਲੂਗਾ। ਜਿੱਦਾਂ ਕਿ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ, ਤੁਹਾਨੂੰ ਕੀ ਲੱਗਦਾ ਅੱਜ ਦੀ ਜਿਹੜੀ ਆਵਾਜ਼ ਹੈ ਕੇਂਦਰ ਤੱਕ ਬਿਲਕੁਲ ਪਹੁੰਚੂਗੀ ਜੀ, ਪਹੁੰਚਣਾ ਚਾਹੀਦੀ ਹੈ, ਕਿਉਂਕਿ ਜੇ ਨਹੀਂ ਪਹੁੰਚਦੀ ਤਾਂ ਸਾਡੇ ਲਈ ਇਦੋਂ ਮਾੜਾ ਕੁਝ ਨਹੀਂ ਹੋ ਸਕਦਾ। ਇਹ ਇੱਕ ਬਿੱਲ ਨਹੀਂ ਹੈ, ਇਹ ਕਿਸਾਨਾਂ ਦੀ ਮੌਤ ਦਾ ਵਾਰੰਟ ਹੈ ਜਾਰੀ ਕੀਤਾ ਜੋ ਸੈਂਟਰ ਦੀ ਸਰਕਾਰ ਨੇ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਸਾਨੂੰ ਜਿਹੜੇ ਸਾਡੇ ਹੱਕ ਨੇ ਉਹ ਮਿਲਣੇ ਚਾਹੀਦੇ ਨੇ। ਸੋ ਕਾਲਾ ਬਿੱਲ ਪਾਸ ਕਰਕੇ ਉਹ ਸਾਡੀ ਸੰਘੀ ਤੇ ਅੰਗੂਠਾ ਰੱਖਣਾ ਚਾਹੁੰਦੇ ਨੇ। ਸੋ ਆਮ ਪੰਜਾਬੀ, ਆਮ ਕਿਸਾਨ ਇਹ ਨਹੀਂ ਹੋਣ ਦੇਣਗੇ। ਕੌਣ ਇੱਥੇ ਆ ਕੇ ਤੁਹਾਨੂੰ ਸਮਰਥਨ ਦੇ ਰਿਹਾ? ਤਕਰੀਬਨ ਸਾਰੇ ਹੀ ਆ ਰਹੇ ਨੇ ਜੀ। ਬਾਈ ਹਾਕਮ ਹੁਣੀ ਆ ਗਏ ਨੇ, ਬਾਲੀਵੁੱਡ ਤੋਂ ਬਾਈ ਦਲਜੀਤ ਕਲਸੀ ਬੈਠੇ ਨੇ, ਹਰਪ੍ਰੀਤ ਦੇਵਗਨ, ਬਾਈ ਲੱਖਾ ਸਦਾਣਾ, ਜਗਦੀਪ ਰੰਧਾਵਾ ਪਹੁੰਚ ਚੁੱਕੇ ਜੀ, ਐਡਵੋਕੇਟ ਸਿਮਰਨ ਗਿੱਲ। ਇਸ ਤੋਂ ਇਲਾਵਾ 40 ਤੋਂ 50 ਦੇ ਕਰੀਬ ਪੰਜਾਬੀ ਸਿੰਗਰ ਜੋ ਕਿ ਸਾਰੇ ਔਨ ਦਾ ਵੇ ਨੇ, ਪਹੁੰਚ ਰਹੇ ਨੇ ਜੀ। ਤੇ ਕੀ ਲੱਗਦਾ ਅੱਜ ਕੇਂਦਰ ਤੱਕ ਆਵਾਜ਼ ਪਹੁੰਚੂਗੀ ਤੁਹਾਡੀ? ਬਿਲਕੁਲ ਪਹੁੰਚੂਗੀ ਜੀ। ਇਦੋਂ ਹੋਰ ਕੀ ਹੋ ਸਕਦਾ? ਹੋਰ ਅਸੀਂ ਕੀ ਕਰ ਸਕਦੇ? ਜਿੰਨਾ ਸਾਡੇ 'ਚ ਦਾਅਵੇ ਅਸੀਂ ਉਹ ਲਾਵਾਂਗੇ ਤਾਂ ਜੋ ਸੈਂਟਰ ਦੀ ਸਰਕਾਰ ਨੂੰ ਪਤਾ ਲੱਗੇ ਕਿ ਪੰਜਾਬ ਦਾ ਕਿਸਾਨ, ਪੰਜਾਬ ਦਾ ਯੂਥ ਜਾਗ ਚੁੱਕਿਆ ਤੇ ਅਸੀਂ ਇਹ ਜਿਹੜੇ ਬਿੱਲ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕਰਾਂਗੇ।
ਜਿਹੜਾ ਮੋਦੀ ਸਾਹਿਬ ਨੇ ਬਿੱਲ ਪਾਸ ਆਰਡੀਨੈਂਸ 3 ਪਾਸ ਕੀਤੇ ਆ ਕਿਸਾਨ ਮਾਰੂ, ਅਸੀਂ ਉਹਨਾਂ ਦਾ ਵਿਰੋਧ ਕਰਦੇ ਆ। ਬਿੱਲ ਵਾਪਸ ਲਏ ਜਾਣ। ਇਹਨਾਂ ਦਾ ਕਿਸਾਨ ਮਜ਼ਦੂਰ ਆੜ੍ਹਤੀਆਂ ਨੂੰ ਸਾਰਿਆਂ ਦਾ ਇਹਨਾਂ ਨੂੰ ਨੁਕਸਾਨ ਆ। ਪਹਿਲਾ ਬਿੱਲ ਇਹ ਸਾਡੀਆਂ ਜ਼ਮੀਨਾਂ ਵਾ, ਅਸੀਂ ਖੇਤਾਂ ਦੇ ਰਾਜੇ ਆ। ਇਹ ਬਿਜ਼ਨਸਮੈਨਾਂ ਰਾਹੀਂ ਸਾਨੂੰ ਆਪਦੀ ਖੇਤੀ 'ਚ ਦਿਹਾੜੀ ਜਾਣ ਲਈ ਮਜਬੂਰ ਕਰ ਰਹੇ ਨੇ। ਇਹਨਾਂ ਦਾ ਅਸੀਂ ਖੁੱਲ੍ਹ ਕੇ ਵਿਰੋਧ ਕਰਦੇ ਹਾਂ। ਤੇ ਤੁਹਾਨੂੰ ਕੀ ਲੱਗਦਾ ਜਿਹੜੇ ਕਾਲੇ ਕਾਨੂੰਨ ਨੇ ਵਾਪਸ ਲਿੱਤੇ ਜਾਣਗੇ ਜਾਂ ਨਹੀਂ? ਦੇਖੋ ਜੀ, ਜੇ ਲੋਕਾਂ ਦਾ ਵਿਰੋਧ ਆ, ਸਾਰੇ ਪੰਜਾਬ ਦਾ ਏਕਾ ਵਾ। 31 ਯੂਨੀਅਨਾਂ ਪਹਿਲੀ ਵਾਰੀ ਇਕੱਠੀਆਂ ਹੋ ਗਈਆਂ ਨੇ ਪੰਜਾਬ ਦੀਆਂ। ਜ਼ਰੂਰੀ ਨਹੀਂ ਵੀ ਵੱਡੇ ਤੋਂ ਵੱਡਾ ਸੰਘਰਸ਼ ਹੋ ਗਿਆ, ਬਿੱਲ ਵਾਪਸ ਵੀ ਲਏ ਜਾ ਸਕਦੇ ਆ। ਤੁਹਾਨੂੰ ਕੀ ਲੱਗਦਾ ਕਿ ਅਗਰ ਇਹ ਬਿੱਲ ਪੰਜਾਬ 'ਚ ਲਾਗੂ ਹੁੰਦੇ ਤਾਂ ਪੰਜਾਬ ਦੇ ਕਿਸਾਨਾਂ ਦਾ ਭਵਿੱਖ ਕੀ ਰਹੇਗਾ? ਜੀ ਇੱਦਾਂ ਵਾ ਭਵਿੱਖ ਇਹ ਆ ਵੀ ਬਾਹਰ ਅੱਗੇ ਸੀਗੇ ਫਾਰਮ, ਅਸੀਂ ਬਾਹਰ ਜਾਂਦੇ ਸੀਗੇ, ਫਾਰਮਾਂ 'ਚ ਸਾਨੂੰ ਡਾਲਰ ਮਿਲਦੇ ਸੀ। ਜੇ ਇੱਥੇ ਸਾਡੇ 7-8 ਹਜ਼ਾਰ ਕਿੱਲੇ 'ਚ ਫਾਰਮ ਬਣਦੇ ਨੇ, ਸਾਨੂੰ ਤਾਂ 5-7 ਹਜ਼ਾਰ ਦਿਹਾੜੀ ਮਿਲਣੀ ਹੈ। ਸਾਡੀ ਕਿਸੇ ਨੇ ਡਿਗਰੀ ਨਹੀਂ ਦੇਖਣੀ ਗੀ। ਇਹਦਾ ਸਾਨੂੰ ਲੋਸ ਆ, ਆੜ੍ਹਤੀਆਂ ਨੂੰ ਲੋਸ ਆ, ਮਜ਼ਦੂਰਾਂ ਨੂੰ ਲੋਸ ਆ। ਇੱਥੇ ਅੰਬਾਨੀ ਟਾਟਾ ਗਰੁੱਪ ਉਹਨਾਂ ਨੇ ਆ ਜਾਣਾ, ਉਹਨਾਂ ਨੇ ਆਪਦੇ ਬਿਜ਼ਨਸ ਹੋਣਗੇ। ਕਿਸਾਨਾਂ ਨੂੰ ਤਾਂ ਜਾਣੀ ਕਿ ਲੋਸ ਹੀ ਆ। ਠੀਕ ਹੈ, ਜਿੱਦਾਂ ਕਿ ਤੁਸੀਂ ਲਾਈਵ ਤਸਵੀਰਾਂ ਦੇਖੀਆਂ ਕਿ ਇੱਥੇ ਧਰਨਾ ਜਿਹੜਾ ਸ਼ੰਭੂ ਬਾਰਡਰ ਤੇ ਸ਼ੁਰੂ ਹੋ ਚੁੱਕਾ ਹੈ ਤੇ ਗੱਡੀਆਂ ਦਾ ਵੀ ਇੱਕ ਲੰਬਾ ਇਕੱਠ ਦੇਖਣ ਨੂੰ ਮਿਲ ਰਿਹਾ ਇੱਥੇ। ਤੇ ਜਿਹੜੇ ਕਿਸਾਨਾਂ ਦੇ ਪੁੱਤ ਨੇ, ਕਿਸਾਨ ਨੇ, ਤੇ ਕਈ ਰਾਜਨੀਤਿਕ ਪਾਰਟੀਆਂ ਦੇ ਸਿਆਸੀ ਨੇਤਾ ਵੀ ਦੇਖਣ ਨੂੰ ਮਿਲ ਸਕਦੇ ਨੇ, ਪੰਜਾਬੀ ਸਿੰਗਰ ਵੀ ਦੇਖਣ ਨੂੰ ਮਿਲ ਸਕਦੇ ਨੇ। ਅਸੀਂ ਗੱਲਬਾਤ ਕਰਾਂਗੇ। ਜੀ ਤੁਹਾਨੂੰ ਲੱਗਦਾ ਹੈ ਕੇਂਦਰ ਸਰਕਾਰ ਇਸ ਕਾਲੇ ਕਾਨੂੰਨਾਂ ਨੂੰ ਵਾਪਸ ਲਊਗੀ? ਲੱਗਦਾ ਜੀ, ਸਾਨੂੰ ਆਸ ਹੈ, ਪੂਰੀ ਆਸ ਹੈ ਸਾਨੂੰ, ਤਾਂ ਅਸੀਂ ਧਰਨੇ ਤੇ ਆਏ ਹਾਂ ਜੀ। ਅੱਜ ਦੇ ਬਾਅਦ ਅੱਜ ਜਿਹੜਾ ਤੁਸੀਂ ਪੰਜਾਬ ਬੰਦ ਦਾ ਜਿਹੜਾ ਸੱਦਾ ਦਿੱਤਾ ਹੈ, ਉਸ ਤੋਂ ਬਾਅਦ ਅਗਲਾ ਸਟੈਪ ਕੀ ਰਹੂਗਾ ਤੁਹਾਡਾ? ਅਗਲਾ ਜੀ ਸਾਡਾ ਦਿੱਲੀ ਆ ਜੀ, ਦਿੱਲੀ ਧਰਨਾ ਦੇਵਾਂਗੇ ਅਸੀਂ। ਤੁਹਾਨੂੰ ਲੱਗਦਾ ਦਿੱਲੀ ਵੜਨ ਦੇਣਗੇ ਤੁਹਾਨੂੰ? ਹਾਂਜੀ, ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ, ਕਿਸਾਨਾਂ ਨਾਲ ਅਸੀਂ। ਮੈਂ ਖੁਦ ਕਿਸਾਨ ਆ ਜੀ। ਤਾਂ ਮੁੱਕਣ ਵਾਲਾ ਹੈ ਹੀ ਨਹੀਂ, ਇਹ ਤਾਂ ਸ਼ੁਰੂ ਹੋਇਆ ਹੈ। ਤੇ ਇਸ ਸ਼ੁਰੂਆਤ ਵਿੱਚ ਇਹ ਸਾਡੇ ਤੇ ਹੈ ਕਿ ਅਸੀਂ ਕਿੰਨਿਆਂ ਨੂੰ ਜੋੜ ਸਕਦੇ ਹਾਂ। ਇਹ ਸਾਡੇ ਤੇ ਹੈ ਕਿ ਕੀ ਅਸੀਂ ਛੋਟੀ ਮੋਟੀ ਗੱਲ ਤੋਂ ਲੜਨਾ ਸ਼ੁਰੂ ਕਰ ਦਈਏ, ਛੋਟੇ ਮੋਟੇ ਗਾਣਿਆਂ ਦੀਆਂ ਲੜਾਈਆਂ 'ਚ ਪੈ ਜਾਈਏ, ਜਾਂ ਫਿਰ ਹਵਾਬਾਜੀ ਤੇ ਉਸ ਹੋਰ ਚੀਜ਼ 'ਚ ਪੈ ਜਾਈਏ ਜਿਹੜੀ ਸਰਕਾਰ ਹਮੇਸ਼ਾ ਕੋਸ਼ਿਸ਼ ਕਰਦੀ ਆਈ ਹੈ, ਭਾਵੇਂ ਉਹ ਨਸ਼ੇ ਨੇ ਤੇ ਭਾਵੇਂ ਉਹ ਕੁਝ ਵੀ ਹੈ। ਇੱਥੇ ਪੰਜਾਬ ਦੀ ਧਰਤੀ ਤੇ ਸਾਨੂੰ ਆਪ ਨੂੰ ਸੂਝਵਾਨ ਹੋਣਾ ਪਊਗਾ ਤੇ ਇਹਦੇ ਲਈ ਇੱਕ ਲੜ ਕੇ ਇਹਦਾ ਇੱਕ ਫੈਸਲਾ ਸਾਨੂੰ ਆਪ ਡਿਸਾਈਡ ਕਰਨਾ ਪੈਣਾ ਹੈ। ਅਸੀਂ ਅੱਜ ਉਸ ਸੁਨਹਿਰੇ ਮੌਕੇ ਤੇ ਆ ਜਿੱਥੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤੁਹਾਨੂੰ ਸਭ ਨੂੰ ਸ਼ੁਕਰੀਆ ਕਰਨਾ ਤਾਂ ਬਣਦਾ ਹੀ ਨਹੀਂ ਹੈ, ਸਾਡੀ ਤਾਂ ਇਹ ਜ਼ਿੰਮੇਵਾਰੀ ਹੈ। ਸ਼ੰਭੂ ਬਾਰਡਰ ਤੇ ਖੜੀ ਆ। ਇਹ ਰਾਹ ਜਿਹੜਾ ਆ ਦਿੱਲੀ ਨੂੰ ਜਾ ਰਿਹਾ ਹੈ ਤੇ ਇਹ ਰਾਹ ਕਿੰਨੀ ਦੂਰ ਤੱਕ ਜਾਏਗਾ, ਦਿੱਲੀ ਅੱਜ ਕਿੰਨੀ ਦੂਰ ਹੋਏਗੀ, ਇਹ ਦੇਖਣਾ ਹੈਗਾ। ਇਕੱਠ ਵਧੀ ਜਾ ਰਿਹਾ ਹੈ, ਵਧੀ ਜਾ ਰਿਹਾ ਹੈ। ਟਰੈਕਟਰ ਟਰਾਲੇ ਆਈ ਜਾ ਰਹੇ ਨੇ, ਆਈ ਜਾ ਰਹੇ ਨੇ। ਕਲਾਕਾਰ, ਸਿਆਸਤਦਾਨ ਪਹੁੰਚ ਰਹੇ ਨੇ। ਲਗਾਤਾਰ ਇਹ ਗਰਮੀ, ਇਹ ਤਲਖੀ, ਇਹ ਵਧੀ ਜਾ ਰਹੀ ਹੈ। ਮੌਸਮ ਵਿੱਚ ਉਮਸ ਹੈ, ਪਰ ਇੱਥੇ ਉਮਸ ਨਹੀਂ, ਇੱਥੇ ਚਿਣਗ ਨਹੀਂ, ਇੱਥੇ ਚਿੰਗਾਰੀ ਨਹੀਂ, ਇੱਥੇ ਅੱਗ ਭਖਣ ਵਾਲੀ ਹੈ। ਤੇ ਫਿਲਹਾਲ ਇਸ ਦੀ ਸ਼ੁਰੂਆਤ ਜਿਹੜੀ ਹੈ ਉਹ ਹੋ ਚੁੱਕੀ ਹੈਗੀ ਆ। ਬਹੁਤ ਸਾਰੇ ਲੋਕ ਇੱਥੇ ਨੇ। ਉੱਥੇ ਫਿਲਹਾਲ ਯੂਨੀਵਰਸਿਟੀ ਸਟੂਡੈਂਟਸ ਵੱਲੋਂ ਆਪਣੀਆਂ ਕਵਿਤਾਵਾਂ ਕਹੀਆਂ ਜਾ ਰਹੀਆਂ ਨੇ, ਇਨਕਲਾਬ ਦੀਆਂ ਗੱਲਾਂ ਹੋ ਰਹੀਆਂ ਨੇ। ਹੁਣ ਤੋਂ ਕੁਝ ਦਿਨ ਬਾਅਦ ਭਗਤ ਸਿੰਘ ਦਾ ਜਨਮ ਦਿਨ ਵੀ ਹੈ। ਉਸ ਨੂੰ ਕੀ ਕੁਝ ਮਿਲਣਾ ਹੈਗਾ, ਉਸ ਨੇ ਕੀ ਕੁਝ ਦੇਖਣਾ ਹੈਗਾ, ਇਹ ਵੀ ਵੇਖਣ ਵਾਲੀ ਗੱਲ ਰਹੇਗੀ। ਤੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਫਿਲਹਾਲ ਸੜਕਾਂ ਮੱਲ ਕੇ ਇੱਥੇ ਬਹਿ ਗਏ ਨੇ ਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅੱਜ ਅਸੀਂ ਇਹ ਬੈਰੀਗੇਡ ਨੂੰ ਮੰਨਣਾ ਨਹੀਂ, ਅੱਜ ਅਸੀਂ ਇਸ ਕਿਸੇ ਵਾਟਰ ਕੈਨਨ ਨੂੰ ਮੰਨਣਾ ਨਹੀਂ, ਅੱਜ ਅਸੀਂ ਕਿਸੇ ਟੀਅਰ ਗੈਸ ਨੂੰ ਮੰਨਣਾ ਨਹੀਂ। ਅੱਜ ਅਸੀਂ ਪਹੁੰਚਾਂਗੇ ਤੇ ਪਹੁੰਚ ਕੇ ਰਹਾਂਗੇ। ਟਰੈਕਟਰ ਜਿਹੜਾ ਹੈ ਉੱਥੇ ਖੜਾ ਕਰ ਦਿੱਤਾ, ਰਸਤਾ ਜਿਹੜਾ ਹੈ ਉਹ ਰੋਕ ਲਿਆ ਗਿਆ। ਹੁਣ ਇਧਰੋਂ ਜਿੰਨੇ ਜਾਣਾ ਦਿੱਲੀ, ਉਸ ਵਾਸਤੇ ਅੱਜ ਦਿੱਲੀ ਪਹੁੰਚਣਾ ਫਿਲਹਾਲ ਮੁਮਕਿਨ ਨਹੀਂ। ਉਧਰ ਸਾਰਾ ਕੁਝ ਜਿਹੜਾ ਹੈ ਰਸਤੇ ਬਲੌਕ ਕਰ ਦਿੱਤੇ ਗਏ ਆ। ਉਧਰ ਭਾਸ਼ਣਾਂ ਦਾ ਸਿਲਸਿਲਾ, ਇਨਕਲਾਬੀ ਭਾਸ਼ਣਾਂ ਦਾ ਸਿਲਸਿਲਾ ਜਾਰੀ ਆ। ਉਧਰ ਕਿਸਾਨਾਂ ਨੂੰ ਸਮਰਥਨਾਂ ਦਾ ਸਿਲਸਿਲਾ ਜਾਰੀ ਆ। ਟਰੈਕਟਰ ਲੱਗ ਗਏ ਨੇ, ਰਾਹ ਜਿਹੜੇ ਨੇ ਰੋਕ ਦਿੱਤੇ ਗਏ ਨੇ। ਹੁਣ ਇੱਧਰ ਜਿੰਨੇ ਜਾਣਾ ਉਹ ਜਾ ਨਹੀਂ ਸਕਦਾ ਹੈਗਾ। ਅੱਜ ਦਿੱਲੀ ਕਿੰਨੀ ਦੂਰ ਲੱਗ ਰਹੀ ਹੈ ਜੀ? ਦੇਖੋ, ਦਿੱਲੀ ਕਿਸਾਨਾਂ ਦੇ ਲਈ ਤਾਂ ਹਮੇਸ਼ਾ ਹੀ ਦੂਰ ਰਹੀ ਹੈ, ਕਿਉਂਕਿ ਦਿੱਲੀ ਫੈਸਲੇ ਹੀ ਹਮੇਸ਼ਾ ਕਿਸਾਨਾਂ ਦੇ, ਛੋਟੇ ਦੁਕਾਨਦਾਰਾਂ ਦੇ, ਵਪਾਰੀਆਂ ਦੇ ਉਲਟ ਕਰਦੀ ਰਹੀ ਹੈ। ਕਿਉਂਕਿ ਹਰ ਬੰਦਾ
ਭਾਰਤ ਦੇ ਵਿੱਚ ਜਿਹੜਾ ਬੈਠਾ ਹੈ ਉਹ ਅਨਾਜ ਪੈਦਾ ਕਰਦਾ ਹੈ, ਲੇਕਿਨ ਉਹਦਾ ਫੈਸਲਾ ਦਿੱਲੀ ਦੇ ਵਿੱਚ ਬੈਠੇ ਵਪਾਰੀ ਕਰਦੇ ਆ। ਖਾਸ ਤੌਰ ਤੇ ਜਦੋਂ ਦੀ ਮੋਦੀ ਸਰਕਾਰ ਆਈ ਹੈ, ਇਹ ਤਾਂ ਟੋਟਲ ਹੀ ਕਾਂਗਰਸ ਸਰਕਾਰ ਵੀ ਵਪਾਰੀਆਂ ਦੀ ਸੀ, ਲੇਕਿਨ ਮੋਦੀ ਸਰਕਾਰ ਜ਼ਿਆਦਾਤਰ ਵਪਾਰੀਆਂ ਦਾ ਪੱਖ ਪੂਰ ਰਹੀ ਹੈ। ਸੋ ਇਸ ਕਰਕੇ ਜਿਹੜੇ ਛੋਟੇ ਦੁਕਾਨਦਾਰ, ਵਪਾਰੀ ਜਾਂ ਕਿਸਾਨ ਹੈ, ਇਹਨਾਂ ਦੇ ਲਈ ਤਾਂ ਆਪਣੀ ਕਿਸਮਤ ਦਾ ਫੈਸਲਾ ਕਰਾਉਣ ਲਈ ਦਿੱਲੀ ਹਮੇਸ਼ਾ ਹੀ ਦੂਰ ਸੀ। ਸੋ ਸਾਨੂੰ ਤਾਂ ਦਿੱਲੀ ਹਮੇਸ਼ਾ ਹੀ ਦੂਰ ਹੈ। ਇਹ ਪੰਜਾਬ ਦਾ ਪਹਿਲਾ ਬਾਰਡਰ ਹੈ, ਸ਼ੰਭੂ ਬੈਰੀਅਰ। ਸੋ ਇਸ ਕਰਕੇ ਪੰਜਾਬ ਨੂੰ ਤਾਂ ਹਮੇਸ਼ਾ ਦਿੱਲੀ ਦੂਰ ਲੱਗਦੀ ਰਹੀ ਹੈ, ਭਾਵੇਂ ਉਹ ਪਿਛਲੇ ਸਮਿਆਂ ਦੇ ਹੋਰ ਫੈਸਲੇ ਹੋਣ, ਲੇਕਿਨ ਖੇਤੀ ਆਰਡੀਨੈਂਸ ਦੇ ਲਈ ਸਾਨੂੰ ਦਿੱਲੀ ਦੂਰ ਲੱਗ ਰਹੀ ਹੈ। ਜੀ, ਇਹ ਪੰਜਾਬ ਦਾ ਪਹਿਲਾ ਬਾਰਡਰ ਤੇ ਇੱਥੇ ਤੁਸੀਂ ਸੜਕਾਂ ਮੰਨ ਲਈਆਂ ਹੈਗੀਆਂ। ਮੈਂ ਪਹਿਲਾਂ ਵੀ ਸਵਾਲ ਇਹ ਕੀਤਾ ਸੀ ਕਿ ਅੱਜ ਕੁਝ ਵੀ ਹੋ ਸਕਦਾ ਹੈ। 25 ਸਤੰਬਰ ਨੂੰ ਇਤਿਹਾਸ ਉਲੀਕਿਆ ਜਾ ਸਕਦਾ ਹੈ। ਜਿਹੜੇ ਨੌਜਵਾਨ ਖੜੇ ਸੀ ਉਹ ਕਹਿੰਦੇ ਵੀ ਟੀਅਰ ਗੈਸ ਹੋਏ, ਵਾਟਰ ਕੈਨਨ ਹੋਏ, ਸਾਨੂੰ ਕੋਈ ਮਤਲਬ ਨਹੀਂ, ਅੱਜ ਇਧਰੋਂ ਲੰਘੇਗਾ ਨਹੀਂ ਕੋਈ। ਇਹੀ ਮਨਸੂਬਾ ਇਹੀ ਲੈ ਕੇ ਆਇਓ ਵੀ ਅੱਜ ਜਿਹੜਾ ਹੈ ਆਪਣੀ ਮੰਗ ਜਿਹੜੀ ਆ ਮਨਵਾ ਕੇ ਜਾਵਾਂਗੇ, ਜਾਂ ਫਿਰ ਅੱਗੇ ਕੋਈ ਮਿਡਲ ਵੇ ਵੀ ਭਾਲ ਦਿਓ। ਮੈਂ ਇੱਕ ਗੱਲ ਬੜੀ ਸਪਸ਼ਟ ਕਰ ਦੇਣੀ ਚਾਹੁੰਦਾ, ਅਸੀਂ ਸੜਕ ਤੇ ਬੈਠੇ ਹਾਂ, ਅਸੀਂ ਲੋਲੀਪੌਪ ਬੁਆਏ ਤਾਂ ਹੈ ਨਹੀਂ। ਸਾਡੇ ਪੁਰਖਿਆਂ ਨੇ ਅਬਦਾਲੀ ਨੂੰ ਰੋਕਿਆ, ਇਹ ਹਿਸਟੋਰੀਕਲ ਫੈਕਟਸ ਨੇ। ਅਸੀਂ ਜਮਰੌਦ ਦੇ ਕਿਲੇ ਤੇ ਝੰਡਾ ਵੀ ਲਾਇਆ, ਸਾਰਾਗੜ੍ਹੀ ਦਾ ਇਤਿਹਾਸ ਵੀ ਸਾਡੇ ਨਾਲ ਜੁੜਿਆ। ਸਾਡੇ ਗੁਰੂ ਨੇ 4 ਬੱਚਿਆਂ ਨੂੰ ਸ਼ਹਾਦਤ ਦਿੱਤੀ ਆ, ਤੇ ਇਹ ਸਾਡਾ ਨਿੱਜੀ ਮਸਲਾ, ਸਾਡੇ ਹੱਕਾਂ ਦੇ ਉੱਤੇ ਹਮਲਾ, ਤੇ ਉਹਦੇ ਲਈ ਪ੍ਰੋਟੈਸਟ ਸਾਨੂੰ ਜਿੱਤੇ ਵੀ ਕਿਤੇ ਵੀ ਕਰਨਾ ਪਵੇ। ਪਰ ਮੈਂ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਵੀ ਅਜੇ ਵੀ ਬੰਦੇ ਦੇ ਪੁੱਤ ਬਣ ਜਾਓ, ਤੁਹਾਡੇ ਕੋਲ ਸਮਾਂ ਹੈਗਾ। ਕਿਤੇ ਇਹ ਨਾ ਹੋਵੇ ਸਾਰੇ ਦੇਸ਼ ਨੂੰ ਤੁਸੀਂ ਬਲਦੀ ਅੱਗ ਦੇ ਵਿੱਚ ਝੋਕਦੇ ਹੋ ਤੇ ਮੁੜ ਕੇ ਫਿਰ ਤੁਸੀਂ ਐਲੀਗੇਸ਼ਨ ਫਰੇਮ ਕਰਦੇ ਹੋ, ਕਿਸੇ ਨੂੰ ਨਕਸਲੀ ਕਹਿਤਾ, ਕਿਸੇ ਨੂੰ ਖਾਲਿਸਤਾਨੀ ਕਹਿਤਾ। ਹੁਣ ਕਿਸਾਨ ਨੂੰ ਕੀ ਕਹੋਗੇ? ਕਿਸਾਨ ਦਾ ਗਲ ਗੁੱਠਾ ਦੇ ਦਿੱਤਾ, ਕਿਸਾਨ ਦਾ ਸੰਘ ਨੱਪ ਦਿੱਤਾ। ਕਿਸਾਨ ਪਹਿਲਾਂ ਸੁਸਾਈਡ ਕਰਦਾ, ਉਹਦੀ ਫਸਲ ਵੀ ਰੋਣ ਲੱਗ ਗਈ ਮੰਡੀਆਂ ਦੇ ਵਿੱਚ। ਮੰਡੀ ਦੇ ਵਿੱਚ ਜਿਹੜੀ ਹੈਗੀ ਆ 2-3 ਕਿਸਮਾਂ ਝੋਨੇ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਉਹਨਾਂ ਦਾ ਰੇਟ ਡੇ ਬਾਈ ਡੇ ਡਾਊਨ ਜਾ ਰਿਹਾ, ਕਿਉਂਕਿ ਵਪਾਰੀ ਨੂੰ ਪਤਾ ਵੀ ਇਹ ਵੇਚਣੀਓ ਪੈਣੀ ਹੈ ਇਹਨਾਂ ਨੂੰ। ਇਸ ਕਰਕੇ ਅਸੀਂ ਫੇਰ ਮੋਦੀ ਸਰਕਾਰ ਨੂੰ ਸਿੱਧੇ ਸ਼ਬਦਾਂ 'ਚ ਚੇਤਾਵਨੀ ਦੇਣੀ ਚਾਹੁੰਦੇ ਹਾਂ ਵੀ ਅਜੇ ਵੀ ਬੰਦੇ ਦੇ ਪੁੱਤ ਬਣ ਕੇ ਸਰਕਾਰ ਚਲਾ ਲਓ, ਲੋਕਾਂ ਦਾ ਭਲਾ ਸੋਚੋ। ਇਹ ਕਾਰਪੋਰੇਟ ਨੇ ਤੁਹਾਨੂੰ ਕੁਝ ਨਹੀਂ ਦੇਣਾ। ਜਿਵੇਂ ਵਿਜੇ ਮਾਲਿਆ ਭੱਜਿਆ, ਜਿੱਦਣ ਇਹਨਾਂ ਇਹ ਦਿਵਾਲੀਆ ਹੋ ਗਏ ਤੇ ਮੁੜ ਕੇ ਦੇਸ਼ ਵੇਚ ਕੇ ਭੱਜ ਜਾਣਗੇ। ਇਸ ਕਰਕੇ ਦੇਸ਼ ਨੂੰ ਉਹਨਾਂ ਲੋਕਾਂ ਦੇ ਹੱਥ ਨਾ ਦਿਓ ਜਿਹੜੇ ਟੋਟਲੀ ਵਪਾਰ ਕਰਦੇ ਹੋਣ, ਜਿਹੜੇ ਮਨੁੱਖ ਦੀ ਜ਼ਿੰਦਗੀ ਦਾ, ਮਨੁੱਖ ਦੀਆਂ ਇਨਸਾਨੀਅਤ ਦੀ ਜਿੰਨਾ 'ਚ ਕੋਈ ਕਦਰ ਕੀਮਤ ਨਾ ਹੋਵੇ। ਇਸ ਕਰਕੇ ਮੇਰੀ ਇਹ ਫੇਰ ਰਿਕਵੈਸਟ ਆ। ਅੱਜ ਅਸੀਂ ਇਹ ਕਰ ਰਹੇ ਹਾਂ, ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹਾਂ, ਤੇ ਸਾਡੇ ਲਈ ਦਿੱਲੀ ਵਾਲੀ ਕੋਈ ਦੂਰ ਨਹੀਂ। ਦਿੱਲੀ ਸਾਨੂੰ ਇੱਥੇ ਸਿਰਫ 200 ਕਿਲੋਮੀਟਰ ਆ। ਪਰ ਇੱਕ ਹਿਸਟੋਰੀਕਲ ਫੈਕਟ ਆ, ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਅੰਗਰੇਜ਼ੀ ਦਾ ਸ਼ਬਦ ਆ ਕਮਿਊਨੀਕੇਸ਼ਨ ਗੈਪ ਜਿਹੜਾ ਹੈਗਾ, ਕਿਉਂਕਿ ਅਸੀਂ ਬਹੁਤੇ ਜਿਹੜੇ ਹੈਗੇ 47 ਤੋਂ ਪਹਿਲਾਂ ਲਾਹੌਰ ਨਾਲ ਜੁੜੇ ਹੋਏ ਸੀ, ਸਾਡੀ ਭਾਸ਼ਾ ਵੀ ਸਮਝਦੇ ਸੀ ਉੱਥੇ ਦੇ ਐਹਲਕਾਰ, ਤੇ ਦਿੱਲੀ ਵਾਲੇ ਤਾਂ ਸਾਡੀ ਭਾਸ਼ਾ ਹੀ ਨਹੀਂ ਸਮਝਦੇ ਵੀ ਇਹ ਕਹਿੰਦੇ ਕੀ ਆ, ਕਰਨਾ ਕੀ ਚਾਹੁੰਦੇ ਨੇ। ਤੇ ਸਾਡੇ ਪਰ ਬਾਰਡਰ ਸਟੇਟ ਹੋਣ ਕਰਕੇ ਠੱਪਾ ਲਾ ਦਿੰਦੇ ਨੇ ਵੀ ਇਹ ਤਾਂ ਜਿਹੜੇ ਹੈਗੇ ਨੇ ਰੈਡੀਕਲ ਐਲੀਮੈਂਟਸ ਨੇ। ਰੈਡੀਕਲ ਐਲੀਮੈਂਟਸ ਨਹੀਂ, ਅਸੀਂ ਆਪਣੇ ਰਾਈਟਸ ਮੰਗਦੇ ਹਾਂ, ਲਾ ਐਂਡ ਆਰਡਰ ਜਿਵੇਂ ਕਨਸਟੀਟਿਊਸ਼ਨ ਨੇ ਸਾਨੂੰ ਦਿੱਤੇ ਨੇ। ਇਹ ਨਹੀਂ ਵੀ ਤੁਹਾਡਾ ਅੱਜ ਤੈਅ ਕੌਣ ਕਰਦਾ, ਤੁਹਾਡਾ ਰੇਟ ਜਿਹੜਾ ਹੈਗਾ, ਤੁਹਾਡਾ ਸਿਸਟਮ ਜਿਹੜਾ ਹੈਗਾ ਅਮਰੀਕਾ ਤੈਅ ਕਰਨ ਲੱਗ ਗਿਆ। ਸੋ ਇਹ ਮੇਰੀ ਬੇਨਤੀ ਆ ਸਰਕਾਰ ਦੇ ਅੱਗੇ ਵੀ ਇੱਦਾਂ ਦੇ ਮਾਹੌਲ ਨੂੰ ਜਿਹੜਾ ਹੈਗਾ ਉਹਨੂੰ ਸਾਂਭਣ ਤੇ ਲਾ ਐਂਡ ਆਰਡਰ ਮੇਨਟੇਨ ਕਰਨ। ਤੇ ਨਾਲ ਜਿਹੜੀ ਗੱਲ ਹੈਗੀ ਆ, ਜਿਹੜਾ ਜਿੰਨੀਆਂ ਕਿ ਡਿਮਾਂਡਸ ਹੈਗੀਆਂ ਕਿਸਾਨਾਂ ਦੀ ਉਹ ਮੰਨ ਲੈਣ ਤੇ MSP ਦੇ ਉੱਪਰ ਖਰੀਦ ਲੈਣਗੇ, ਔਰ ਸ਼ੋਰ ਕਰਨ ਵੀ ਖਰੀਦਿਆ ਜਾਊਗਾ। ਤੇ ਸਾਨੂੰ ਕੋਈ ਇਹਦੇ ਵਿੱਚ ਆਪੱਤੀ ਨਹੀਂ। ਪਰ ਜੇ ਨਾ ਸਾਂਭੇ, ਜਿਸ ਪ੍ਰਕਾਰ ਦਾ ਰਵੱਈਆ ਸਰਕਾਰ ਨੇ ਅਪਣਾਇਆ ਹੋਇਆ, ਤੇ ਪੋਲੀਟੀਕਲ ਪਾਰਟੀਆਂ ਤਾਂ ਇੱਥੋਂ ਆਊਟ ਹੋਣਗੀਆਂ ਹੀ, ਤੇ ਨਾਲ ਦੀ ਨਾਲ BJP ਮੁੜ ਕੇ ਲੱਭੇਗੀ ਨਹੀਂ ਪੰਜਾਬ ਹਰਿਆਣੇ ਦੇ ਵਿੱਚੋਂ। ਜੀ, ਸਿਆਸਤ ਦਾ ਮਸਲਾ ਜਿਹੜਾ ਹੈ, ਇਸ ਵਾਰੀ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਕੋਈ ਜਿਹੜਾ ਹੈ ਆਪਾਂ ਵੜਨ ਨਹੀਂ ਦੇਣਾ ਹੈਗਾ, ਕੋਈ ਵੀ ਕਿਸੇ ਨੇ ਸਾਥ ਜਿਹੜਾ ਨਹੀਂ ਦਿੱਤਾ ਹੈਗਾ। ਤੁਸੀਂ ਵੀ ਇਹੀ ਨੀਤੀ ਲੈ ਕੇ ਚੱਲਦੇ ਹੈਗੇ ਹੋ, ਕਿਉਂਕਿ ਇੱਕ ਪਾਸਿਓਂ ਮੋਦੀ ਇਹ ਗੱਲ ਕਹਿ ਦਿੰਦਾ ਹੈ ਵੀ ਇੱਥੇ MSP ਜਿਹੜੀ ਹੈ ਉਹਨੂੰ ਕੋਈ ਵੀ ਆਂਚ ਨਹੀਂ ਆਏਗੀ, ਕੁਝ ਨਹੀਂ ਹੋਏਗਾ, ਪਰ ਪੇਪਰਸ ਦੇ ਵਿੱਚ ਉਹ ਡਾਕੂਮੈਂਟੇਸ਼ਨ 'ਚ ਕਿਸੇ ਵੀ ਤਰ੍ਹਾਂ ਉਹਦਾ ਜ਼ਿਕਰ ਨਹੀਂ ਹੁੰਦਾ। ਤੁਹਾਨੂੰ ਵੀ ਇਹ ਲੱਗਦਾ ਵੀ ਲੋਲੀਪੌਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਲੱਗਦਾ ਕਿ ਭਰਮਾ ਲੈਣਗੇ? ਜੀ, ਗੁੰਮਰਾਹ ਕਰ ਰਹੇ ਆ ਬਿਲਕੁਲ। MSP ਦਾ ਤਾਂ ਕੋਈ ਮਤਲਬ ਨਹੀਂ। ਮਸਲਾ ਹੈਗਾ ਕਿ ਗਰੰਟੀ ਪਰਚੇਜ਼ ਚਾਹੀਦੀ ਹੈ, ਜਿਸ ਹਿਸਾਬ ਨਾਲ ਵੀ ਸਾਰੀ ਦੀ ਸਾਰੀ ਪਰਚੇਜ਼ ਹੋਣੀ ਚਾਹੀਦੀ ਆ। ਨਾਲੇ ਜਿਸ ਹਿਸਾਬ ਨਾਲ ਹੁਣ ਜਿਵੇਂ MSP 1925 ਤੋਂ 50 ਰੁਪਏ ਵਧਾਈ ਹੈ ਜੀ, ਉਹ ਐਵੇਂ ਤਾਂ MSP ਜੇ ਮਹਿੰਗਾਈ ਦਰ ਤੋਂ ਘੱਟ ਵਧਾਉਂਦੇ ਰਹਿਣਗੇ ਤਾਂ MSP ਦਾ ਵੀ ਕੀ ਮਤਲਬ। 2016 ਵਿੱਚ ਜਦੋਂ ਡੀਮੋਨੀਟਾਈਜੇਸ਼ਨ ਦਾ ਮੁੱਦਾ ਉੱਠਿਆ ਸੀ, ਉਦੋਂ UP ਜਿੱਤ ਲਈ ਸੀ। ਹੁਣ ਬਿਹਾਰ ਇਲੈਕਸ਼ਨ ਅੱਗੇ ਹੈਗੇ ਆ। ਹੁਣ ਇਦਾਂ ਦਾ ਫੈਸਲਾ ਕਰਕੇ, ਕਿਉਂਕਿ ਬਿਹਾਰ ਦੇ ਕਿਸਾਨ ਤੇ ਇੱਥੇ ਆਉਂਦੇ ਹੈਗੇ ਆ, ਕਿਉਂਕਿ ਇੱਥੇ MSP ਹੈਗੀ ਆ। ਉਧਰ ਮੱਕੇ ਦਾ ਵੀ ਇਹਨਾਂ ਨੇ ਦੇਖ ਲਿਆ ਕੀ ਹਾਲ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਸਿੱਖ ਨਹੀਂ ਲੈ ਰਹੇ। ਇਸ ਤਰ੍ਹਾਂ ਲੱਗ ਰਿਹਾ ਕਿ ਇਸ ਵਾਰ ਇਹ ਸਭ ਕਰਕੇ ਬਿਹਾਰ ਜਿੱਤ ਲੈਣਗੇ। ਕੁਝ ਇਦਾਂ ਦਾ ਪੋਲੀਟੀਕਲ ਮਨਸ਼ਾ ਵੀ ਲੱਗਦੀ ਹੈਗੀ। ਦੇਖੋ ਜੀ, ਹੈ ਤਾਂ ਇਹ ਪੋਲੀਟੀਕਲੀ ਸਾਰਾ ਕੁਝ ਕਰਦੇ, ਪਰ ਅਲਟੀਮੇਟਲੀ ਇਹ ਸਿਰਫ ਕਾਰਪੋਰੇਟਸ ਵਾਸਤੇ ਸਾਰਾ ਕੁਝ ਕਰ ਰਹੇ ਆ। 2-4 ਫੈਮਲੀਜ਼ ਆ ਜਿਨ੍ਹਾਂ ਨੂੰ ਸਾਰਾ ਸਰਮਾਇਆ ਭਾਰਤ ਦਾ ਦੇਣ ਦੀ ਹੋਏ, ਉਹਨਾਂ ਵਾਸਤੇ ਮਜ਼ਦੂਰਾਂ ਦੇ ਕਾਨੂੰਨ ਖਤਮ ਕੀਤੇ ਗਏ, ਸਸਪੈਂਡ ਕੀਤੇ ਗਏ, ਉਹਨਾਂ ਨੂੰ ਟ੍ਰੇਨਾਂ ਦਿੱਤੀਆਂ ਗਈਆਂ, ਪ੍ਰਾਈਵੇਟਾਈਜ਼ ਕਰਕੇ ਉਹ ਰੂਟਸ ਦਿੱਤੇ ਗਏ ਜਿਹੜੇ ਪਰਫੈਕਟਲੀ ਪ੍ਰੋਫਿਟੇਬਲ ਚੱਲ ਰਹੇ ਸੀਗੇ। ਇਸੇ ਤਰ੍ਹਾਂ ਹੁਣ ਤੁਸੀਂ ਕੋਵਿਡ 'ਚ ਵੇਖਿਆ ਹੋਣਾ, ਸਾਰੇ ਸੈਕਟਰ ਡੁੱਬ ਗਏ ਹੈ। ਸਿਰਫ ਖੇਤੀਬਾੜੀ ਸੀ ਜਿਹਨੇ ਕੋਈ GDP ਦਿੱਤੀ ਭਾਰਤ ਨੂੰ, ਜਾਂ ਜੋ ਕੁਝ ਆਪਣਾ ਜਿਹਦੇ 'ਚ ਵਾਧਾ ਦਰ ਸੀਗੀ। ਹੁਣ ਇਹਨਾਂ ਦਾ ਹੈਗਾ ਕਿ ਅਗਲੇ 5-7 ਸਾਲਾਂ ਦੇ ਵਿੱਚ ਅਸੀਂ ਸਾਰੇ
ਖੇਤ ਖਲਿਆਣ ਲੈ ਲਈਏ। ਇਹ ਮਸਲਾ ਸਾਡਾ ਸਿਰਫ ਰੋਜ਼ਗਾਰ ਦਾ ਨਹੀਂ ਜੀ, ਇਹ ਸਾਡਾ ਮਸਲਾ ਪਛਾਣ ਦਾ ਵੀ ਹੈ, ਸਾਡੀ ਆਇਡੈਂਟੀਟੀ ਦਾ ਵੀ ਹੈ, ਕਿਉਂਕਿ ਸਾਡੀ ਆਇਡੈਂਟੀਟੀ ਵੀ ਇਸ ਰੋਜ਼ਗਾਰ ਨਾਲ ਹੀ ਜੁੜੀ ਹੋਈ ਆ। ਨਹੀਂ ਤਾਂ ਵੇਖੋ ਪ੍ਰਦੇਸ਼ ਅਮਰੀਕਾ ਤੱਕ ਤਾਂ ਪ੍ਰੋਟੈਸਟ ਸ਼ੁਰੂ ਹੋ ਗਈਆਂ ਇਹਦੀਆਂ, ਤੇ ਜਦੋਂ ਸਾਡੀ ਆਰਥਿਕਤਾ ਨੂੰ ਭੰਨ ਦੇਣਗੇ, ਸਾਡੀਆਂ ਜਾਇਦਾਦਾਂ ਜ਼ਮੀਨਾਂ ਜਿਹੜੀਆਂ ਸੀ ਅਬਦਾਲੀਆਂ ਤੱਕ ਤੋਂ ਅਸੀਂ ਖੋਈਆਂ ਜਾਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਾਨੂੰ ਮਿਲੀਆਂ, ਉਹ ਵੀ ਸਾਡੇ ਤੋਂ ਜੇ ਖੁੱਸਣਗੀਆਂ ਤਾਂ ਸਾਡੀ ਪਛਾਣ ਵੀ ਨਾਲ ਖਤਮ ਹੋਊਗੀ। ਅੱਜ ਜੀ ਖਤਰਾ ਜਿਹੜਾ ਹੈ, ਅੱਜ ਖਤਰਾ ਇੱਥੇ ਵੀ ਹੈਗਾ। ਕੱਲ ਦਾ ਮਾਹੌਲ ਜਿਹੜਾ ਸਭ ਨੇ ਦੇਖਿਆ, 2 ਦਿਨ ਪਹਿਲਾਂ ਦਾ ਮਾਹੌਲ ਸਭ ਨੇ ਦੇਖਿਆ, ਤੇ ਅੱਜ ਵੀ ਖਤਰਾ ਹੈਗਾ। ਇੱਥੇ ਬਹੁਤ ਸਾਰੇ ਬਜ਼ੁਰਗ ਹੈਗੇ ਨੇ ਜਿਨ੍ਹਾਂ 'ਚ ਸ਼ਾਇਦ ਇੰਨੀ ਜਾਨ ਨਾ ਹੋਵੇ, ਜਜ਼ਬਾ ਪੂਰਾ ਪਰ ਜਾਨ ਨਾ ਹੋਵੇ ਕਿ ਉਹ ਡਾਂਗਾ ਖਾ ਸਕਣ, ਉਹ ਪੁਲਿਸ ਦੀ ਮਾਰ ਖਾ ਸਕਣ। ਇਸ ਬਾਰੇ ਕੀ ਕੁਝ ਸੋਚਦੇ ਹੋ? ਮੈਡਮ ਖਤਰਾ ਤਾਂ ਫਿਰ ਸਾਡੇ ਆਉਣ ਵਾਲੀ ਜਿਹੜੇ ਸਮਾਂ ਆਊਗਾ ਸਾਨੂੰ ਉਹ ਤੋਂ ਵੀ ਵੱਧ ਖਤਰਾ ਜੀ। ਜੇ ਅਸੀਂ ਅੱਜ ਦਾ ਸਮਾਂ ਝੱਲ ਲਵਾਂਗੇ ਅਸੀਂ ਆਪਣੇ ਤੇ, ਤਾਂ ਕੱਲ ਸਾਡੇ ਲਈ ਕੁਝ ਨਾ ਕੁਝ ਭਵਿੱਖ ਸਾਡਾ ਸੁਰੱਖਿਅਤ ਹੈਗਾ। ਇਹ ਤਾਂ ਕਰਕੇ ਅੱਜ ਪਰਵਾਹ ਨਹੀਂ, ਜੋ ਵੀ ਹੋ ਜਾਵੇ ਪਰਵਾਹ ਨਹੀਂ ਹੈਗੀ ਜੀ। ਪਰਵਾਹ ਜੇ ਕੰਮ ਛੱਡ ਕੇ ਹੀ ਸਾਡਾ ਅਗਲਾ ਕੰਮ ਬਚੂਗਾ ਜੀ। ਜੇ ਅਸੀਂ ਅੱਜ ਆਪਣਾ ਕੰਮ ਛੱਡਾਂਗੇ ਤਾਂ ਅਸੀਂ ਕੱਲ ਆਪਣੇ ਕੰਮ ਕਰਨ ਜੋਗੇ ਹਾਂ। ਜਿਹੜੀ ਕਿਰਸਾਨੀ ਸਾਡੇ ਖੂਨ 'ਚ ਆ ਜੀ। ਇੱਕ ਕਹਿੰਦੇ DNA ਵਿੱਚ ਜੇ ਕੋਈ ਲਾਲੇ ਦਾ ਬੱਚਾ ਦੁਕਾਨ ਤੇ ਬੈਠੋ, ਕੁਦਰਤੀ ਉਹ ਸਿੱਖ ਜਾਂਦਾ ਵੀ ਉਹਨੂੰ ਮੈਂ ਚੀਜ਼ਾਂ ਕੈਲਕੂਲੇਟ ਕਿੱਦਾਂ ਕਰਨੀਆਂ ਨੇ। ਇੱਕ ਕਿਸਾਨ ਦੇ ਘਰ ਜਿਹੜਾ ਬੱਚਾ ਪੈਦਾ ਹੁੰਦਾ ਉਹਨੂੰ ਕੁਦਰਤੀ ਖੇਤੀ ਆਉਂਦੀ ਆ ਵੀ ਉਹਨੇ ਆਹ ਕੁਝ ਕਰਨਾ ਹੈ। ਅਸੀਂ ਆਪਣੇ ਆਉਣ ਵਾਲੀ ਨਸਲ ਲਈ ਇਹ ਕੁਝ ਸੰਘਰਸ਼ ਕਰ ਰਹੇ ਹਾਂ ਅੱਜ ਅਸੀਂ ਜੀ। ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਆਹ ਸੰਧਾਰਸੀ ਪਿੰਡ ਦੇ ਕਿਸਾਨ ਬੈਠੇ ਆ ਇਸੇ ਹਲਕੇ ਦੇ। ਇਹਨਾਂ ਦੇ ਪਿੰਡ ਪਹਿਲੀ ਸ਼ਰਾਬ ਦੀ ਫੈਕਟਰੀ ਲਾਈ ਸੀ ਬਾਦਲ ਸਰਕਾਰ ਨੇ। ਫੈਕਟਰੀ ਇਹਨਾਂ ਦੇ ਪਿੰਡ ਲੱਗੀ, ਪਾਣੀ ਇਹਨਾਂ ਦਾ ਗੰਦਲਾ ਹੋ ਰਿਹਾ ਹੈ, ਲੇਕਿਨ ਨੌਕਰੀਆਂ ਯੂਪੀ ਤੇ ਬਿਹਾਰ ਦੇ ਬੰਦਿਆਂ ਨੂੰ ਮਿਲ ਰਹੀਆਂ। ਇਸੇ ਤਰ੍ਹਾਂ ਜਿਹੜਾ ਇਹ ਬਿੱਲ ਲਿਆਂਦਾ ਹੈ, ਇਹਦੇ ਨਾਲ ਇੰਡਸਟਰੀਆਂ ਤਾਂ ਅਡਾਨੀ ਤੇ ਅੰਬਾਨੀ ਪ੍ਰਫੁੱਲਤ ਕਰਨਗੇ, ਜ਼ਮੀਨਾਂ ਪੰਜਾਬ ਦੀਆਂ ਜਾਣਗੀਆਂ, ਲੇਕਿਨ ਨੌਕਰੀਆਂ ਮਹਾਰਾਸ਼ਟਰ ਤੇ ਉੱਧਰ ਲਿਆਉਣ। ਸਾਨੂੰ ਉਹਨਾਂ ਨਾਲ ਗਿਲਾ ਕੋਈ ਨਹੀਂ, ਉਹ ਆਪਣੀਆਂ ਸਟੇਟਾਂ ਦੇ ਵਿੱਚ ਕਰਨ, ਲੇਕਿਨ ਜ਼ਮੀਨ ਪੰਜਾਬ ਦੀ ਉਪਜਾਊ ਜਾਏਗੀ, ਲੇਕਿਨ ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਵੀ ਨਹੀਂ ਮਿਲੇਗਾ, ਕਿਉਂਕਿ ਉਹਨਾਂ ਨੇ ਮਸ਼ੀਨੀ ਯੁੱਗ ਲਿਆਉਣਾ। ਜਿਹੜਾ ਰੁਜ਼ਗਾਰ ਹੈ ਉਹ ਸਾਰਾ ਖੋਇਆ ਜਾਣਾ। ਸੋ ਇਸ ਕਰਕੇ ਇਹ ਘਨੌਰ ਹਲਕੇ ਜਿੰਨੀ ਵੀ ਇੰਡਸਟਰੀ ਲੱਗੀ ਹੈ, ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੀਆਂ ਜ਼ਮੀਨਾਂ ਵੀ ਗਈਆਂ, ਸਾਡਾ ਰੁਜ਼ਗਾਰ ਵੀ ਗਿਆ, ਸਾਡੀ ਖੇਤੀ ਦੀ ਜ਼ਮੀਨ ਵੀ ਗਈ ਜੀ। ਤੇ ਇਹਨਾਂ ਨਾਲ ਗੱਲਬਾਤ ਕਰ ਲਈ ਆ, ਤੇ ਹੁਣ ਅੱਗੇ ਨੂੰ ਜਿਹੜਾ ਹੈ ਇਹ ਵੱਧ ਰਹੇ ਹੈਗੇ। ਨਾਲ ਅਸੀਂ ਵੀ ਅੱਗੇ ਚੱਲਦੇ ਹਾਂ। ਜਿਹੜੀ ਮੈਂ ਗਰਮੀ ਦੀ ਗੱਲ ਕਰ ਰਹੀ ਸੀ, ਜਿਹੜੇ ਸੰਘਰਸ਼ ਦੀ ਗੱਲ ਕਰ ਰਹੀ ਸੀ, ਅੱਜ ਜੇ ਸਹੀ ਮਾਇਨੇ ਨਾਲ ਕਹੀਏ, ਜੇ ਇਕੱਠ ਦੀ ਗੱਲ ਕਰੀਏ, ਤੇ ਅੱਜ ਇਹ ਸ਼ੁਰੂਆਤ ਤੇ ਇਦਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਅੱਜ ਤੱਕ ਕਦੀ ਨਹੀਂ ਹੋਈ। ਅੱਜ ਤੱਕ ਇਸ ਸ਼ੁਰੂਆਤ ਨੂੰ ਇਸ ਤਰ੍ਹਾਂ ਦਾ ਅਸੀਂ ਜਿਹੜਾ ਹੈ ਨਹੀਂ ਵੇਖਿਆ। ਸੰਘਰਸ਼ ਵੇਖੇ ਨੇ, ਸੰਘਰਸ਼ ਵੱਡੇ ਗਏ ਨੇ, ਪਰ ਇਹ ਦਰੀ ਜਿਹੜੀ ਹੈ ਨਾ, ਇਹ ਸਾਂਝੀ ਦਰੀ ਹੈਗੀ ਆ। ਤੇ ਅੱਗੇ ਜਾ ਕੇ ਕੀ ਮਾਹੌਲ ਰਹਿੰਦਾ, ਤੁਹਾਨੂੰ ਹਰ ਇੱਕ ਤਸਵੀਰ ਜਿਹੜੀ ਹੈ ਇਸ ਦੇ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ। ਚੱਲ ਰਹੇ ਆ ਅੱਗੇ, ਤੇ ਨਾਲੋਂ ਨਾਲ ਤੁਹਾਨੂੰ ਹਰ ਇੱਕ ਤਸਵੀਰ ਸਾਂਝਾ TV ਤੇ FII ਮੀਡੀਆ ਤੇ ਵੇਖਣ ਨੂੰ ਮਿਲੂਗੀ। ਤਸਵੀਰਾਂ ਸ਼ੇਕ ਹੋਣਗੀਆਂ, ਪਰ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਿ ਸਭ ਦਿਖਾ ਦਈਏ, ਸਭ ਵਿੱਢ ਦਈਏ। ਪੂਰਾ ਦਾ ਪੂਰਾ ਇੱਕ ਧੜਾ ਨਹੀਂ ਕਹਿ ਸਕਦੇ, ਇੱਕ ਜਮਾਤ ਨਹੀਂ ਕਹਿ ਸਕਦੇ, ਇੱਕ ਜਥੇਬੰਦੀ ਨਹੀਂ ਕਹਿ ਸਕਦੇ। ਇੱਥੇ ਸਭ ਇਕੱਠ ਹੈ, ਵੱਡਾ ਇਕੱਠ ਹੈ, ਜਿਸ ਦੇ ਅੰਦਰ ਕਿਸਾਨ ਵੀ ਨੇ ਤੇ ਗੈਰ ਕਿਸਾਨ ਵੀ। ਲੈ ਕੇ ਆਏ ਆ, ਸਾਡੇ ਕੋਲ ਕੀ ਆ ਇਹਨਾਂ ਨੂੰ ਦੇਣ ਨੂੰ। ਪਰ ਗੱਲ ਆਏ ਆ ਵੀ ਜਦੋਂ ਤੱਕ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਵੀ ਸਰਕਾਰ ਕਿਵੇਂ ਕੰਮ ਕਰਦੀ ਹੈ ਜਾਂ ਪੰਜਾਬੀਆਂ ਦੀ ਹੋਂਦ ਨੂੰ ਕਿਉਂ ਖਤਰਾ, ਲੋਕਾਂ ਨੂੰ ਇਹ ਗੱਲ ਸਮਝ ਆ ਚੁੱਕੀ ਆ। ਇਸ ਕਰਕੇ ਅੱਜ ਜਿਹੜਾ ਨੌਜਵਾਨ ਆ, ਕਿਉਂਕਿ ਇਹਨਾਂ ਨੂੰ ਵੰਗਾਰਨ ਦੀ ਜ਼ਰੂਰਤ ਸੀ। ਆ ਜਵਾਨੀ ਦੇਖੋ ਬਾਈ, ਇਹ ਆ ਹਿੰਮਤ ਸਾਡੇ 'ਚ, ਇਹ ਚਿਣਗਾ ਸਾਡੇ 'ਚ। ਅਸੀਂ ਸਰਕਾਰਾਂ ਨੂੰ ਮਜਬੂਰ ਕਰ ਸਕਦੇ ਹਾਂ, ਪਰ ਲਾਮਬੰਦ ਹੋਣਾ ਪਊਗਾ, ਇੱਕ ਹੋਣਾ ਪਊਗਾ। ਇਸ ਕਰਕੇ ਆਪਸੀ ਰੰਜਿਸ਼ਾਂ
ਜੇ ਕੋਈ ਆਪਸੀ ਸਾਡੇ 'ਚ ਇਹ ਆ ਵੀ ਸ਼ਰੀਕਾ ਕਬੀਲਾ ਉਹਨੂੰ ਭੁੱਲ ਕੇ ਤੇ ਇੱਕ ਤਰੀਕੇ ਸਲੀਕੇ ਨਾਲ ਬਹੁਤ ਹੀ ਇੱਕ ਡੈਮੋਕ੍ਰੇਟਿਕ ਵੇ ਦੇ ਨਾਲ, ਹਾਲਾਂਕਿ ਡੈਮੋਕ੍ਰੇਸੀ ਦਾ ਮੀਨਿੰਗ ਸਰਕਾਰ ਨਹੀਂ ਸਮਝਦੀ, ਉਹ ਫੈਡਰਲਿਜ਼ਮ ਦਾ ਮੀਨਿੰਗ ਵੀ ਨਹੀਂ ਸਮਝਦੀ, ਉਹ ਸੈਕੂਲਰਿਜ਼ਮ ਦਾ ਮੀਨਿੰਗ ਵੀ ਨਹੀਂ ਸਮਝਦੀ, ਇਹ ਮਤਲਬ ਹੀ ਰਹਿ ਗਏ ਆ ਸਿਰਫ ਉਹਨਾਂ ਲਈ। ਪਰ ਅਸੀਂ ਸਮਝਦੇ ਹਾਂ, ਅਸੀਂ ਇਹ ਵੀ ਸਮਝਦੇ ਹਾਂ ਵੀ ਜੇ ਤੁਸੀਂ ਇੱਕ ਸਟੇਟ ਸਬਜੈਕਟ ਜਿਹੜਾ ਐਗਰੀਕਲਚਰ ਆ ਉਹਨੂੰ ਸੈਂਟਰ ਦੇ ਹੱਲ ਕਰ ਰਿਹਾ, ਸੈਂਟਰ ਉਹਦੇ ਤੇ ਨੀਤੀਆਂ ਬਣਾ ਰਿਹਾ, ਤਾਂ ਇਹ ਫੈਡਰਲਿਜ਼ਮ ਦੇ ਬੇਸਿਕ ਪ੍ਰਿੰਸੀਪਲ ਦੇ ਅਗੇਂਸਟ ਆ। ਸੋ ਇੱਥੇ ਦੀਪ ਸਿੱਧੂ ਜਿਹੜੇ ਨੇ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ, ਜੱਟ ਪੁੱਤ ਤਾਂ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਹੇ ਨੇ, ਪਰ ਜਿਹੜੇ ਗੈਰ ਕਿਸਾਨ ਨੇ ਉਹਨਾਂ ਵਾਸਤੇ ਵੀ ਇਹ ਜਿਹੜਾ ਦਿਨ ਹੈ ਇਹ ਵੱਡਾ ਦਿਨ ਹੈਗਾ, ਕਿਉਂਕਿ ਕਿਸਾਨੀ ਕਿਹੜੇ ਖੇਤਰ ਨਾਲ ਨਹੀਂ ਜੁੜੀ ਹੋਈ। ਅਸੀਂ ਮਾਰਕਫੈੱਡ ਦੀ ਗੱਲ ਕਰਦੇ ਹਾਂ, ਅਸੀਂ ਪੰਸਬ ਦੀ ਗੱਲ ਕਰਦੇ ਹਾਂ, ਅਸੀਂ ਕਿੰਨੇ ਅਦਾਰਿਆਂ ਦੀ ਗੱਲ ਕਰਦੇ ਹਾਂ ਜਿਹੜੇ ਕਿ ਸਿਰਫ ਤੇ ਸਿਰਫ ਖੇਤੀਬਾੜੀ ਨਾਲ ਜੁੜੇ ਹੋਏ ਨੇ, ਤੇ ਇੱਥੇ ਸੁਰੱਖਿਆ ਖੁਣੋਂ ਵੀ ਇੰਤਜ਼ਾਮਾਤ ਜਿਹੜੇ ਨੇ ਉਹ ਕੀਤੇ ਹੋਏ ਨੇ, ਕਿਉਂਕਿ ਇਹ ਚੀਜ਼ ਜਿਹੜੀ ਹੈ ਇਹ ਮੰਨੀ ਜਾ ਰਹੀ ਹੈ ਕਿ ਅੱਜ ਜਿਹੜਾ ਇਹ ਬੈਰੀਅਰ ਹੈ ਇਸ ਤੇ ਇਤਿਹਾਸ ਲਿਖਿਆ ਜਾਏਗਾ। ਅਸੀਂ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰ ਰਹੇ, ਇੱਥੇ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰ ਰਹੇ। ਕੈਮਰਾ ਪਿੱਛੇ ਦੇਖੋਗੇ ਤੇ ਇਕੱਠ ਨਾ ਨਜ਼ਰ ਆਏਗਾ ਕਿ ਸ਼ਾਇਦ ਕੈਮਰੇ ਦੀ ਨਜ਼ਰ ਵੀ ਇਹਨੂੰ ਕਵਰ ਨਹੀਂ ਕਰ ਸਕੇਗੀ। ਤੇ ਮੈਂ ਜਾ ਰਹੀ ਹਾਂ ਦਿੱਲੀ ਵਾਲੇ ਪਾਸੇ, ਜਿੱਥੇ ਇਹ ਲੋਕ ਕੁਝ ਹੀ ਮਿੰਟਾਂ ਵਿੱਚ ਪਹੁੰਚਣਗੇ ਤੇ ਇੱਥੇ ਬਹੁਤ ਸਾਰੇ ਚਾਂਸਸ ਨੇ ਗੁੱਸਾ ਨਿਕਲੇਗਾ, ਜੋਸ਼ ਜਿਹੜਾ ਹੈ ਉਸ ਨਾਲ ਭਰਪੂਰ ਹੋਣਗੇ। ਪਰ ਇੰਨੀ ਗੱਲ ਜਿਹੜੀ ਹੈ ਉਹ ਪੱਕੀ ਹੈ ਕਿ ਅੱਜ ਆਪਣੀ ਗੱਲ ਇਹ ਮਨਵਾ ਕੇ ਨਾ ਸਹੀ ਪਰ ਕਹਿ ਕੇ ਜ਼ਰੂਰ ਰਹਿਣਗੇ, ਕਿਉਂਕਿ ਜੇ ਅੱਜ ਗੱਲ ਨਹੀਂ ਕਹੀ ਗਈ, ਜੇ ਅੱਜ ਦਾ ਦਿਨ ਵੀ ਇਸ ਤਰ੍ਹਾਂ ਜ਼ਾਇਆ ਕਰ ਦਿੱਤਾ ਗਿਆ ਤਾਂ ਯਕੀਨ ਮੰਨੋ ਬਹੁਤ ਵਾਰ ਅਜਿਹੇ ਮੌਕੇ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਭੁਲਾ ਨਹੀਂ ਸਕੇ। ਅੱਜ ਦਾ ਇਹ ਮੌਕਾ ਹੈ, ਦਰੀਆਂ ਵੱਖਰੀਆਂ ਨਹੀਂ ਹੋਣੀਆਂ ਚਾਹੀਦੀਆਂ। ਨਹੀਂ, ਪਹਿਲੀ ਵਾਰ ਪੱਤਰਕਾਰ ਹੋਣ ਦੇ ਨਾਤੇ ਇੰਨੇ ਸਾਲਾਂ ਦੇ ਕਰੀਅਰ ਦੇ ਵਿੱਚ ਹੱਥ ਤੇ ਕਾਲੀ ਪੱਟੀ ਬਣ ਕੇ ਮੈਂ ਵੀ ਫਿਰ ਰਹੀ ਹਾਂ। ਇਹ ਚੈਨਲਸ ਕਦੀ ਨਹੀਂ ਕਰਦੇ ਹੁੰਦੇ, ਸਿੱਧੇ ਤੌਰ ਤੇ ਨਹੀਂ ਕਹਿੰਦੇ ਕਿ ਅਸੀਂ ਮੋਦੀ ਨਾਲ ਹਾਂ ਜਾਂ ਅਸੀਂ ਸੋਨੀਆ ਨਾਲ ਹਾਂ, ਅਸੀਂ ਕਿਸੇ ਨਾਲ ਨਹੀਂ ਹਾਂ, ਅਸੀਂ ਕਿਸਾਨ ਨਾਲ ਹਾਂ, ਅਸੀਂ ਨਿਊਟਰਲ ਹੋ ਕੇ ਚੱਲ ਰਹੇ ਹਾਂ। ਗੱਲ ਕਰਦੇ ਨਾ ਤੁਹਾਡੇ ਨਾਲ ਸਾਫ਼ ਤੇ ਸਪਸ਼ਟ, ਤੇ ਅੱਜ ਸਾਫ਼ ਤੇ ਸਪਸ਼ਟ ਗੱਲ ਇਹੀ ਆ ਕਿ ਕਿਸਾਨ ਹਾਂ, ਕਿਸਾਨ ਦਾ ਪੁੱਤ ਹੈਗਾ ਜਾਂ ਨਹੀਂ ਹੈਗਾ, ਪਰ ਇਨਸਾਨ ਦਾ ਪੁੱਤ ਜਿਹੜਾ ਹੈ ਉਹ ਮੈਂ ਪੱਕਾ ਹੈਗਾ। ਤੇ ਉਹ ਦੇਖੋ ਉੱਥੇ ਉਹ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਬੈਰੀਅਰਸ ਲੱਗੇ ਹੋਏ ਨੇ, ਅੱਜ ਜ਼ਿੱਦ ਇਹੀ ਹੈ ਕਿ ਇਹਨਾਂ ਬੈਰੀਅਰਸ ਨੂੰ ਅੱਗੇ ਲੰਘਣਾ ਹੈਗਾ, ਇਹਨਾਂ ਬੈਰੀਅਰਸ ਨੂੰ ਪੱਟ ਕੇ ਅੱਗੇ ਲੰਘਣਾ ਹੈਗਾ, ਆਪਣੀ ਸਿੰਬੋਲਿਕ ਆਵਾਜ਼ ਘੱਟੋ ਘੱਟ ਜਿਹੜੀ ਆ ਪਹੁੰਚਾਣੀ ਹੈਗੀ ਆ। ਇਹ ਜਿਹੜਾ ਹਵਾਈ ਜਹਾਜ਼ ਜਾ ਰਿਹਾ ਨਾ ਉਸ ਦੀ ਦਹਾੜ ਨਾਲ ਉੱਚੀ ਇਹਨਾਂ ਦੀ ਦਹਾੜ ਜਿਹੜੀ ਹੈ ਉਹ ਅੱਜ ਹੋਏਗੀ। ਦਿੱਲੀ ਨੂੰ ਜਾ ਰਿਹਾ ਹੈ, ਸ਼ੰਭੂ ਬਾਰਡਰ ਤੇ ਆ, ਪਰ ਇਹ ਰਾਹ ਕਿੱਧਰ ਨੂੰ ਜਾਏਗਾ ਅੱਜ ਤੋਂ ਬਾਅਦ ਇਹ ਦੇਖਣ ਵਾਲੀ ਗੱਲ ਰਹੇਗੀ। ਮੰਚ ਕਿੱਦਾਂ ਦੇ ਹੁੰਦੇ ਨੇ, ਮੰਚ ਇਦਾਂ ਦੇ ਵੀ ਹੁੰਦੇ ਨੇ, ਟਰੈਕਟਰ ਟਰਾਲੀਆਂ ਦੇ ਵੀ ਹੁੰਦੇ ਨੇ। ਸ਼ਾਇਦ ਤੁਹਾਨੂੰ ਮੇਰੀ ਆਵਾਜ਼ ਸਹੀ ਨਹੀਂ ਜਾਂਦੀ ਹੋਣੀ, ਇੱਥੇ ਲਾਊਡ ਸਪੀਕਰ ਲੱਗਿਆ ਹੋਇਆ ਤੇ ਇਸ ਲਾਊਡ ਸਪੀਕਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਜਿਹੜੀ ਹੈ ਉਹ ਆਵਾਜ਼ ਪਹੁੰਚਾਈ ਜਾਏ, ਵੱਧ ਤੋਂ ਵੱਧ ਲੋਕਾਂ ਤੱਕ ਆਵਾਜ਼ ਪਹੁੰਚਾਈ ਜਾਏ। ਤੇ ਇਹ ਸਟੇਜ ਜਿਹੜੀ ਹੈ ਇਹ ਜਾਰੀ ਕੀਤੀ ਗਈ ਹੈ, ਕਲਾਕਾਰ ਆ ਰਹੇ ਨੇ, ਸਿਆਸਤਦਾਨ ਆ ਰਹੇ ਨੇ, ਤਾਂ ਕਿ ਉਹ ਆਪਣੀ ਗੱਲ ਰੱਖ ਸਕਣ, ਇਹ ਕਹਿ ਸਕਣ ਕਿ ਅਸੀਂ ਕਿਸਾਨਾਂ ਦੇ ਨਾਲ ਆ। ਮਸਲਾ ਹੱਕਾਂ ਦਾ ਹੈਗਾ ਤੇ ਹੁਣ ਪ੍ਰੋਫੈਸਰ ਮਨਜੀਤ ਸਿੰਘ ਜੀ ਬੋਲਣ ਵਾਲੇ ਹੈਗੇ ਨੇ ਇੱਥੇ, ਉਹਨਾਂ ਨੂੰ ਵੀ ਜ਼ਰੂਰ ਸੁਣਾਂਗੇ। ਤੇ ਕਿਉਂਕਿ ਗੱਲ ਇੱਥੇ ਸਿਰਫ ਸੰਘਰਸ਼ ਦੀ ਨਹੀਂ ਰਹਿ ਗਈ, ਗੱਲ ਇੱਥੇ ਇਨਕਲਾਬ ਦੀ ਹੋ ਚੁੱਕੀ ਹੈ ਤੇ ਇਨਕਲਾਬ ਜਿਹੜਾ ਹੈ ਅੱਜ ਇਹ ਇਨਕਲਾਬੀ ਵਤੀਰਾ ਖਾਸ ਤੌਰ ਤੇ ਨਜ਼ਰ ਆਏਗਾ, ਸੁਚੱਜੇ ਤੌਰ ਤੇ ਨਜ਼ਰ ਆਏਗਾ, ਖਾਲਸ ਤੌਰ ਤੇ ਨਜ਼ਰ ਆਏਗਾ। ਤੇ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕਰੋਨਾ ਦੀ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਤੇ ਅਸੀਂ ਤੁਸੀਂ ਦੇਖ ਹੀ ਰਹੇ ਹੋ, ਮੇਰਾ ਮਾਸਕ ਵੀ ਕਿਤੇ ਡਿੱਗ ਗਿਆ ਹੈਗਾ, ਪਰ ਇੱਥੇ ਜਿਹੜੀ ਜੰਗ ਹੈਗੀ ਆ ਇਹ ਹੋਰ ਹੈਗੀ ਆ। ਇਸ ਜੰਗ ਵਿੱਚ ਸਾਰੇ ਜੁੜ ਚੁੱਕੇ ਨੇ ਤੇ ਇੱਥੇ ਫਿਲਹਾਲ ਤੀਲਾ ਸੁੱਟਣ ਦੀ ਵੀ ਜਗ੍ਹਾ ਨਹੀਂ ਹੈਗੀ, ਨਾਲੋਂ ਨਾਲ ਤੁਹਾਨੂੰ ਹਰ ਤਸਵੀਰ ਜਿਹੜੀ ਆ ਉਹ ਦਿਖਾਈ ਜਾ ਰਹੀ ਹੈ। ਮਾਣ
ਨੇ ਇਹਨਾਂ ਨੂੰ ਤੇ ਮਾਣ ਪਹੁੰਚਿਆ ਹੈਗਾ ਕਿਸਾਨਾਂ ਦੇ ਕੋਲ। ਪਰ ਅੱਜ ਇੱਥੇ ਕੋਈ ਕਲਾਕਾਰ ਨਹੀਂ ਹੈ, ਅੱਜ ਇੱਥੇ ਸਾਰੇ ਦੇ ਸਾਰੇ ਇੱਕੋ ਸਾਹੇ ਇੱਕੋ ਤਰ੍ਹਾਂ ਨਾਲ ਇੱਕੋ ਤਰ੍ਹਾਂ ਦਾ ਸਮਰਥਨ ਦੇ ਰਹੇ ਨੇ। ਦਰੀਆਂ ਵੀ ਸਭ ਦੀਆਂ ਸਾਂਝੀਆਂ ਹੈਗੀਆਂ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸਵਾਗਤ ਆ। ਕਲਾਕਾਰਾਂ ਦਾ ਸਮਰਥਨ ਅੱਜ ਮਿਲ ਰਿਹਾ ਹੈਗਾ। ਭਾਵੇਂ ਕਿਸਾਨ ਹੋਵੇ ਜਾਂ ਨਾ ਹੋਵੇ, ਪਰ ਇਨਸਾਨ ਹਰ ਕੋਈ ਹੈਗਾ। ਇਨਸਾਨੀਅਤ ਦੇ ਨਾਤੇ ਵੀ ਪਹੁੰਚਿਆ ਹੋਇਆ, ਜੱਟ ਪੁੱਤ ਹੋਣ ਦੇ ਨਾਤੇ ਵੀ ਪਹੁੰਚਿਆ ਹੋਇਆ, ਕਿਉਂਕਿ ਕੋਈ ਵੀ ਇੰਡਸਟਰੀ, ਕੋਈ ਵੀ ਕਿੱਤਾ, ਕੋਈ ਵੀ ਘਰ ਦੀ ਰੋਟੀ ਵੀ ਨਹੀਂ ਹੈਗੀ ਜਿਹੜੀ ਖੇਤੀਬਾੜੀ ਤੋਂ ਬਿਨਾਂ ਚੱਲਦੀ ਹੋਵੇ। ਤੁਹਾਡਾ ਕਿੱਦਾਂ ਦਾ ਸਮਰਥਨ? ਬਿਲਕੁਲ ਭੈਣ ਮੇਰੀ ਹੈ, ਮੈਂ ਆਪ ਕਿਸਾਨ ਦਾ ਪੁੱਤ ਹਾਂ ਹਨਾ। ਚਲੋ ਮਾਲਕ ਨੇ ਸਾਡੀ ਕਿਰਤ ਹੋਰ ਪਾਸੇ ਡਿਜ਼ਾਈਨ ਕਰਤੀ ਹੈ, ਪਰ ਹੈਗੇ ਤਾਂ ਅਸੀਂ ਕਿਸਾਨ ਦੇ ਪੁੱਤ ਹੀ ਹਾਂ। ਜ਼ਿੰਦਗੀ ਦੇ ਪਹਿਲੇ 20 ਸਾਲ ਖੇਤਾਂ 'ਚ ਹੀ ਲੰਘੇ ਹਨ, ਇਸ ਕਰਕੇ ਜਿੱਥੋਂ ਤੱਕ ਵੀ ਜਾਣਾ ਪਿਆ ਜਾਵਾਂਗੇ ਅਸੀਂ ਨਾਲ। ਸਾਨੂੰ ਵੀ ਪਤਾ ਹੈ ਕਿ ਮੈਂ ਪੰਜਾਬ ਨੂੰ ਖੇਤੀ ਤੋਂ ਬਿਨਾਂ ਕਿਸੇ ਹੋਰ ਫਲਸਫੇ ਤੋਂ ਦੇਖ ਹੀ ਨਹੀਂ ਸਕਦਾ। ਸਾਡਾ ਮਿਹਨਤ ਕੀਤਾ ਹੈ, ਬਾਬੇ ਨਾਨਕ ਨੇ ਹਲ ਵਾਏ ਹੈ, ਇਸ ਕਰਕੇ ਉਹ ਹਲ ਐਦਾਂ ਹੀ ਚੱਲਦੇ ਰਹਿਣੇ ਦੇ ਲਈ ਜਿੱਥੋਂ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ ਜੀ। ਤੇ ਅੱਜ ਇੱਥੇ ਇਹਨਾਂ ਨੇ ਬੈਰੀਗੇਡ ਲਾਏ ਹੋਏ ਆ, ਟਰੈਕਟਰ ਟਰਾਲੀਆਂ ਰੱਖਤੀਆਂ ਵੀ ਅੱਜ ਕਿਸੇ ਨੂੰ ਇੱਥੋਂ ਲੰਘਣ ਨਹੀਂ ਦੇਣਾ, ਜਾਵਾਂਗੇ ਤੇ ਆਪਾਂ ਹੀ ਦਿੱਲੀ ਜਾਵਾਂਗੇ। ਅੱਜ ਖਤਰਾ ਵੀ ਹੈ, ਅੱਜ ਡਾਂਗਾਂ ਵੀ ਵਰਸ ਸਕਦੀਆਂ, ਕੁਝ ਵੀ ਹੋ ਸਕਦਾ, ਰੱਬ ਨਾ ਕਰੇ ਇਦਾਂ ਦਾ ਹੋਵੇ, ਪਰ ਹੋ ਬਹੁਤ ਕੁਝ ਸਕਦਾ ਹੈਗਾ। ਸੋ ਇਸ ਚੀਜ਼ ਨੂੰ ਇੱਕ ਕਲਾਕਾਰ ਕਿਸ ਨਜ਼ਰੀਏ ਨਾਲ ਦੇਖਦਾ, ਕਿਉਂਕਿ ਵਾਇਲੈਂਸ ਤੇ ਕਲਾਕਾਰ ਨੂੰ ਪਸੰਦ ਨਹੀਂ ਹੁੰਦੀ ਜੀ। ਭੈਣ ਮੇਰੀ ਅੱਜ ਕਲਾਕਾਰ ਨਹੀਂ ਹੈਗੇ ਅਸੀਂ, ਅੱਜ ਅਸੀਂ ਜੱਟ ਦੇ ਪੁੱਤ ਹਾਂ, ਕਿਸਾਨ ਹਾਂ ਅਸੀਂ ਅੱਜ, ਇਸ ਕਰਕੇ ਅੱਜ ਜੇ ਪੈਣਗੀਆਂ ਵੀ ਦਿਖਾਵਾਂਗੇ, ਕੋਈ ਗੱਲ ਨਹੀਂ। ਬਾਕੀ ਇਹ ਹੈ, ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਹੋਣੇ ਆ ਕਿ ਸਾਡੇ ਜਿਹੜੇ ਬਜ਼ੁਰਗ ਆ ਨਾ, ਉਹਨਾਂ ਕੋਲ ਇੱਕ ਸਹਿਜਤਾ ਹੈ ਨਾ, ਤੇ ਜਿਹੜੇ ਆ ਯੰਗਸਟਰ ਰਹਿੰਦੇ ਆ ਇਹਨਾਂ ਕੋਲ ਇੱਕ ਜੋਸ਼ ਹੈ। ਇਹ ਦੋਨਾਂ ਦੀ ਕੋਲੈਬੋਰੇਸ਼ਨ ਹੋਊਗੀ ਨਾ, ਜਦੋਂ ਦੋਨੇ ਆਪਸ ਦੇ ਵਿੱਚ ਰਾਏ ਕਰਕੇ ਚੱਲਣਗੇ ਤਾਂ ਦੇਖੋ ਰਿਜ਼ਲਟ ਬਹੁਤ ਸੋਹਣੇ ਨਿਕਲਣਗੇ। ਅੱਜ ਤੋਂ ਬਾਅਦ ਜਿਹੜੇ ਸਾਡੇ ਬੱਚੇ ਕੱਲ ਨੂੰ ਸਾਨੂੰ ਜੇ ਪੁੱਛ ਸਕਦੇ ਤੁਸੀਂ ਸਾਡੇ ਲਈ ਕੀ ਕੀਤਾ, ਅੱਜ ਦਾ ਦਿਨ ਜਿਹੜਾ ਹੈ ਉਹ ਜਵਾਬ ਹੋ ਸਕਦਾ ਕਿ ਅਸੀਂ ਅੱਜ ਤੁਹਾਡੇ ਵਾਸਤੇ ਆਹ ਕੀਤਾ। ਹਿਸਟਰੀ ਹੈ, ਹਿਸਟਰੀ ਇੱਕ ਕਿਤਾਬਾਂ 'ਚ ਲਿਖੀ ਜਾਂਦੀ ਹੈ, ਇੱਕ ਇੱਥੇ ਮਨ 'ਚ ਲਿਖੀ ਜਾਂਦੀ ਹੈ। ਤਾਂ ਅੱਜ ਜਿਹੜੇ ਨਹੀਂ ਵੀ ਆਏ ਤਾਂ ਉਹਨਾਂ ਦੀਆਂ ਵਿਚਾਰ ਜਿਹੜੇ ਉਹਨਾਂ ਦੇ ਥਾਟਸ ਨੇ ਆਉਣ ਵਾਲੇ ਦਿਨਾਂ 'ਚ ਲਾਹਨਤਾਂ ਪਾਉਣਗੇ ਉਹਨਾਂ ਨੂੰ ਕਿ ਜਿਸ ਦਿਨ 25 ਨੂੰ ਅਸੀਂ ਸਾਰੇ ਇਕੱਠੇ ਹੋਏ ਸੀ ਤੁਸੀਂ ਕਿੱਥੇ ਸੀ। ਇਸ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਵੀ ਹੈ ਕਿ ਤੁਹਾਡੇ ਚੈਨਲ ਜ਼ਰੀਏ ਜੋ ਕੋਈ ਆਵਾਜ਼ ਸੁਣ ਰਿਹਾ ਤਾਂ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਔਰ ਹੰਭਲਾ ਮਾਰਨਾ ਚਾਹੀਦਾ। ਭੈਣ ਮੇਰੀਏ, ਸਾਂਝੀਆਂ ਦਰੀਆਂ ਹੋਣੀਆਂ ਚਾਹੀਦੀਆਂ, ਇਹ ਇਕੱਠ ਦੂਰ ਤੱਕ ਹੋਣਾ ਚਾਹੀਦਾ। ਹੋਰ ਤੁਹਾਨੂੰ ਕੀ ਲੱਗਦਾ? ਜੀ ਬੇਸ਼ੱਕ ਔਰ ਵਧਣਾ ਪੈਣੇ। ਇਹ ਹਜੇ ਤੁਸੀਂ ਇਹ ਲਾ ਲਓ ਕਿ ਸ਼ੁਰੂਆਤ ਹੈ, ਹਜੇ ਮੂਵਮੈਂਟ ਦੀ ਸ਼ੁਰੂਆਤ ਹੈ। ਯੰਗਸਟਰ ਤੁਸੀਂ ਮੰਨ ਕੇ ਚੱਲੋ ਹਜੇ 4-5 ਦਿਨ ਹੋਏ ਆ ਕਿ ਇਹਨਾਂ ਨੂੰ ਇੱਕ ਅਪੀਲ ਕਰਨ ਲੱਗ ਗਿਆ ਇਹ ਮੁੱਦਾ ਕਿ ਯਾਰ ਕੁਛ ਹੈ ਜਿਹੜਾ ਸਾਡੇ ਨਾਲ ਬਹੁਤ ਗਲਤ ਹੋ ਰਿਹਾ। ਇਸ ਕਰਕੇ ਜਿੰਨੇ ਤੁਸੀਂ ਸਾਰੇ ਆਸੇ-ਪਾਸੇ ਦੇਖ ਰਹੇ ਹੋ ਮੋਸਟਲੀ ਯੰਗਸਟਰ ਦਿਖ ਰਹੇ ਆ, ਤਾਂ ਜਦੋਂ ਇਹ ਨਿਕਲੇ ਹੁੰਦੇ ਆ ਤਾਂ ਫਿਰ ਮੇਰੇ ਖਿਆਲ 'ਚ ਬਿੱਲਾਂ 'ਚ ਸੋਧ ਨਹੀਂ ਹੁੰਦੀ, ਬਿੱਲ ਚੇਂਜ ਹੁੰਦੇ ਆ ਉਦੋਂ। ਹੋਣਾ ਹੀ ਚਾਹੀਦਾ ਆ। ਮੈਂ ਭੈਣ ਨਾਲੋਂ ਜ਼ਿਆਦਾ ਮੈਂ ਕਹੂੰਗੀ ਕਿ ਧੀ ਆਈ ਆ ਕਿਸਾਨ ਦੀ, ਚਾਹੇ ਸਾਡੇ ਵਰਗੇ ਸ਼ਹਿਰਾਂ ਦੇ ਵਿੱਚ ਆ ਗਏ ਆ। ਹੁਣ ਸਾਨੂੰ ਦਹਾਕਿਆਂ ਤੋਂ ਅਸੀਂ ਸ਼ਹਿਰਾਂ 'ਚ ਰਹਿ ਰਹੇ ਆ, ਪਰ ਸਾਡੀਆਂ ਜੜ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਆ। ਤੇ ਇਹ ਜਿਹੜੀ ਮੋਦੀ ਸਰਕਾਰ ਆ ਇਹ ਸਾਡੀਆਂ ਜੜ੍ਹਾਂ ਖਤਮ ਕਰਨਾ ਚਾਹੁੰਦੀ ਆ, ਤੇ ਜਦੋਂ ਸਾਡੀਆਂ ਜੜ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਊਗੀ ਤਾਂ ਸਾਨੂੰ ਘਰਾਂ 'ਚੋਂ ਨਿਕਲਣਾ ਪਊਗਾ, ਆਪਣੇ ਜਿਹੜੇ ਸਾਡੇ ਨਿੱਜੀ ਹਿੱਤ ਆ ਉਹਨਾਂ ਨੂੰ ਪਿੱਛੇ ਛੱਡ ਕੇ। ਤੇ ਅੱਜ ਜਿਹੜਾ ਹੈ ਇੱਥੇ ਇਕੱਠ ਜਿਹੜਾ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ ਤੇ ਮਾਹੌਲ ਜਿਹੜਾ ਹੈ ਉਹ ਹੋਰ ਜ਼ਿਆਦਾ ਗਰਮ ਵੀ ਹੋ ਸਕਦਾ ਹੈਗਾ। ਤੇ ਲੱਗਦਾ ਕਿ ਵੀ ਜਿਹੜੀਆਂ ਫੀਮੇਲਸ ਹੈਗੀਆਂ ਨੇ, ਔਰਤਾਂ ਹੈਗੀਆਂ ਨੇ, ਉਹ ਅਸੀਂ 2-3 ਹੀ ਹੈਗੀਆਂ, ਹੋਰ ਕੋਈ ਵੀ ਨਹੀਂ ਹੈਗਾ। ਕੋਈ ਡਰ ਤਾਂ ਨਹੀਂ ਇਹਦੇ ਵਿੱਚ? ਕਿਹੜੀ ਡਰ ਆ? ਦੇਖੋ ਗੱਲ ਭਰਾਵਾਂ 'ਚ ਬੈਠੇ ਆ, ਜਦੋਂ ਦੇਖੋ ਸਾਰੇ ਭਰਾਵਾਂ ਵਰਗੇ ਵੀ ਨਹੀਂ ਹੋਣਗੇ, ਬਥੇਰੀ ਤਰ੍ਹਾਂ ਦੇ ਦਿਮਾਗ ਦੇ ਵਿੱਚ ਥਾਟ ਲੈ ਕੇ ਲੋਕ ਤੁਰੇ ਫਿਰਦੇ ਹੋਣਗੇ, ਪਰ ਜੇ ਇਹ ਚੀਜ਼ਾਂ ਸੋਚਾਂਗੇ ਅਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ। ਜਦੋਂ ਮਾਈ ਭਾਗੋ ਸੀ ਤਾਂ ਮਾਈ ਭਾਗੋ 40 ਮੁਕਤਿਆਂ ਦੇ ਨਾਲ ਇਕੱਲੇ ਸੀ, ਠੀਕ, ਤੇ ਅਸੀਂ ਭਾਗੋ ਦੇ ਵਾਰਸ ਆ। ਤੇ ਜੇ ਅੱਜ ਅਸੀਂ ਇਹ ਸੋਚਾਂਗੇ ਵੀ ਇੰਨੇ ਇਕੱਠ 'ਚ ਸਿਰਫ ਅਸੀਂ 4-5 ਕੁੜੀਆਂ ਆ, ਤਾਂ ਫਿਰ ਮੈਂ ਕਹਿੰਦੀ ਆ ਵੀ ਸਾਡੇ ਤੇ ਲਾਹਨਤ ਹੋਊਗੀ ਕਿ ਅਸੀਂ ਇਹ ਚੀਜ਼ਾਂ ਸੋਚ ਰਹੇ ਆ। ਅਸੀਂ ਇਹ ਗੱਲ ਨਹੀਂ ਸੋਚਣੀ ਅਸੀਂ ਬਰਾਬਰ ਆ। ਜਦ ਅਸੀਂ ਬਾਕੀ ਚੀਜ਼ਾਂ 'ਚ ਬਰਾਬਰੀ ਦੀ ਗੱਲ ਕਰਦੇ ਆ ਤਾਂ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਤਾਂ ਸਾਨੂੰ ਮੁੰਡਿਆਂ ਦੇ ਵਿੱਚ ਤੁਰਨ 'ਚ ਕੋਈ ਡਰ ਨਹੀਂਗਾ। ਸੋ ਅਸੀਂ ਨਾਲ ਆ, ਤੁਸੀਂ ਬੈਠੋ ਤੇ ਅੱਗੇ ਦੇਖਦੇ ਆ ਵੀ ਕੀ। ਪੱਚੀ ਤਰੀਕ ਦਾ ਦਿਨ ਬਹੁਤ ਦਿਨਾਂ ਤੋਂ ਇਸੇ ਬਾਰੇ ਚਰਚਾ ਸੀ, ਇਸੇ ਬਾਰੇ ਗੱਲ ਸੀ, ਇਸੇ ਬਾਰੇ ਸਭ ਕੁਝ ਸੀ। ਤੇ ਹੁਣ ਜਦ ਅਸੀਂ ਇੱਕ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤੇ ਕੁਝ ਅਜਿਹੀਆਂ ਪੋਜ਼ਿਟਿਵ ਤਸਵੀਰਾਂ ਵੀ ਜ਼ਰੂਰ ਦੇਖੋ ਜਿਹੜੀਆਂ ਕਿ ਆਪਣੇ ਆਪ ਤੇ ਮਾਣ ਮਹਿਸੂਸ ਕਰਾਉਣਗੀਆਂ। ਆਹ ਲੰਗਰ ਦੀਆਂ ਤਸਵੀਰਾਂ ਨੇ, ਆਹ ਕਹਿ ਰਹੇ ਨੇ ਸੰਘਰਸ਼ ਬਹੁਤ ਲੰਬਾ ਹੈ, ਆਪਾਂ ਦਿੱਲੀ ਜਾਣਾ। ਮੋਦੀ ਦਾ ਦਿੱਲੀ ਜਾਣਾ
ਸਤਿ ਸ਼੍ਰੀ ਅਕਾਲ ਜੀ। ਸੇਵਾ ਕਰ ਰਹੇ ਹੋ, ਵਧੀਆ ਸੇਵਾ ਕਰ ਰਹੇ ਹੋ, ਕਿਉਂਕਿ ਇੱਥੇ ਲੋਕੀ ਭੁੱਖੇ ਢਿੱਡ ਆਏ ਹੋਏ ਆ, ਸਭ ਨੂੰ ਪਤਾ ਵੀ ਸਵੇਰ ਦੇ ਪਹੁੰਚੇ ਹੋਏ ਆ ਇੱਥੇ, ਤੇ ਸੇਵਾ ਵੀ ਸੰਘਰਸ਼ ਵੀ। ਸੰਘਰਸ਼ ਸਾਡਾ ਬਹੁਤ ਲੰਬਾ ਜੀ। ਪੰਜਾਬ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਲੰਗਰ ਤਾਂ ਆਮ ਹੀ ਲੱਗਦੇ ਆ, ਪਰ ਜਿੱਦਾਂ ਹੁਣ ਮੋਦੀ ਸਰਕਾਰ ਸਾਡੇ ਨਾਲ ਕਰ ਰਹੀ ਹੈ, ਜੇ ਅਨਾਜ ਦਿੱਲੀ ਦਾ ਬੰਦ ਕਰਤਾ ਤੇ ਚੀਕ ਨਿਕਲ ਜਾਣੀ ਸਾਰੀ ਦਿੱਲੀ ਦੀ। ਸੰਘਰਸ਼ ਸਾਡਾ ਐਡਾ ਲੰਮਾ ਹੈ, ਮੋਦੀ ਨੇ ਸਾਡਾ ਦੇਸ਼ ਵੇਚਤਾ, BSNL ਵੇਚਤੀ, ਰੇਲਵੇ ਵੇਚਤੀ, 에ਅਰਪੋਰਟ ਵੇਚਤੇ, ਵਿੱਚੋਂ ਵਿੱਚ ਇਹ ਸਾਡੇ ਦੇਸ਼ ਨੂੰ ਘੁਣ ਵਾਂਗੂ ਲੱਗ ਗਿਆ। ਐਡਾ ਗੰਦਾ ਨੇਤਾ ਹੈ ਮੋਦੀ, ਇਹ ਭੁੱਲ ਗਿਆ ਵੀ ਇਹ ਪੰਜਾਬੀ ਕੌਮ ਹੈ, ਸਿੱਖ ਕੌਮ ਹੈ। ਇਹਨੇ ਜਰਨਲ ਡਾਇਰ ਬਾਹਰ ਜਾ ਕੇ ਮਾਰਤਾ ਸੀਗਾ ਬਦਲੇ ਦੀ ਨੀਤੀ ਦੇ ਨਾਲ, ਤੇ ਇਹ ਤਾਂ ਫਿਰ ਸਾਡੇ ਦੇਸ਼ 'ਚ ਬੈਠਾ, ਛੋਟੀ ਮੋਟੀ ਚੀਜ਼ ਹੈ। ਹਾਂ, ਤੇ ਪਹਿਲਾਂ ਫਿਰ ਬਿਸਕੁਟ ਖਾਣ ਪੀਣ ਦਾ ਪ੍ਰਬੰਧ ਤਾਂ ਕਰਕੇ ਆਏ, ਸਾਨੂੰ ਦਿੱਲੀ ਜਾਣਾ ਪੈ ਸਕਦਾ, ਸਾਡਾ ਅਸੀਂ ਇੱਥੋਂ ਨਹੀਂ ਵਾਪਸ ਮੁੜਾਂਗੇ ਜਿੰਨਾ ਚਿਰ ਸਾਡੀ ਕੋਈ ਮੰਗ ਮੰਨੀ ਨਹੀਂ ਜਾਂਦੀ। ਜਿਹੜਾ ਆਡੀਅנס ਬਿੱਲ ਵਾਪਸ ਨਹੀਂ ਲਿਆ ਜਾਂਦਾ, ਉਹਨਾਂ ਚਿਰ ਅਸੀਂ ਇੱਥੋਂ ਆਏ ਨਹੀਂ ਵੀ ਅਸੀਂ ਆ ਗਏ ਸ਼ਾਮ ਨੂੰ ਮੁੜ ਕੇ ਇੱਥੋਂ ਫੋਟੋਆਂ ਖਿੱਚ ਕੇ। ਅਸੀਂ ਉਹਨਾਂ ਚੋਂ ਨਹੀਂ, ਅਸੀਂ ਪਿਛਲੇ ਘੱਟੋ ਘੱਟ 10 ਦਿਨ ਮਿਹਨਤ ਕਰਕੇ, ਇਕੱਠੇ ਕਰਕੇ, ਨੌਜਵਾਨਾਂ ਨੂੰ ਜਾਗਰੂਕ ਕਰਕੇ ਫੇਰ ਇੱਥੇ ਲੈ ਕੇ ਆਏ ਆ। ਖਾਣ ਪੀਣ ਦੇ ਪੂਰੇ ਪ੍ਰਬੰਧ ਖਾਲਸਾ ਏਡ ਬਕਾਇਦਾ ਇੱਥੇ ਪਹੁੰਚੇ ਹੋਏ ਆ, ਕੇਲੇ ਲੈ ਕੇ ਹੋਰ ਸਾਰੇ ਤਰ੍ਹਾਂ ਦੇ ਪਾਣੀ ਦੀ ਸੇਵਾ ਕਰ ਰਹੇ ਆ। ਇਸ ਕਰਕੇ ਛੋਟੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਜੀ, ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ। ਪੰਜਾਬ ਦੇ ਜੋ ਵੀ ਸਿਸਟਮ ਸੀਗਾ ਸਾਰਾ ਕਿਸਾਨ ਦੇ ਦੁਆਰੇ ਘੁੰਮ ਰਿਹਾ ਸੀਗਾ। ਜੇ ਕਿਸਾਨ ਮਾਰਿਆ ਜਾਊ, ਜੇ ਕਿਸਾਨ ਹੀ ਦਿਹਾੜੀ ਕਰਨ ਲੱਗ ਜਾਊ, ਜਿਹੜਾ ਅੱਜ ਦਿਹਾੜੀ ਕਰ ਰਿਹਾ ਉਹਦਾ ਕੀ ਬਣੂਗਾ ਆਉਣ ਵਾਲੇ ਸਮੇਂ 'ਚ। ਇਸ ਕਰਕੇ ਪਹਿਲਾਂ ਕਿਸਾਨ ਯੂਨੀਅਨ ਦੇ ਵਿੱਚ ਸਾਡੇ ਜਾਂਦੇ ਹੁੰਦੇ ਸੀ ਦਾਦੇ, ਬਾਪੂ, ਬਜ਼ੁਰਗ, ਤੇ ਪਰ ਹੁਣ ਸਾਨੂੰ ਨੌਜਵਾਨਾਂ ਨੂੰ ਆਉਣ ਦੀ ਬੜੀ ਲੋੜ ਹੈ, ਕਿਉਂਕਿ ਸਾਡੇ ਕੋਲ ਸੋਸ਼ਲ ਮੀਡੀਆ ਹੋਰ ਇਦਾਂ ਦੇ ਬਹੁਤ ਤਗੜੇ ਤਗੜੇ ਪਲੇਟਫਾਰਮ, ਅਸੀਂ 1 ਮਿੰਟ 'ਚ ਗੱਲ, ਜਿੱਦਾਂ ਤੁਹਾਡਾ ਚੈਨਲ ਕੈਨੇਡਾ ਜਾਂਦਾ, ਅਸੀਂ 1 ਮਿੰਟ 'ਚ ਆਪਦੀ ਕੈਨੇਡਾ ਗੱਲ ਪਹੁੰਚਾ ਸਕਦੇ ਹਾਂ। ਯਾਨੀ ਕਿ ਬਿਸਕੁਟ ਖਾਣੇ ਆ ਪਰ ਲਾਲੀਪੌਪ ਨਹੀਂ ਖਾਣੇ। ਬਿਲਕੁਲ ਜੀ, ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਇਹ ਫੈਸਲਾ ਕਿਸਾਨਾਂ ਦੇ ਵਿਰੁੱਧ ਲਿਆ, ਇਹਨੂੰ ਤੁਰੰਤ ਵਾਪਸ ਲੈ ਲਓ। ਅਸੀਂ ਰਾਸ਼ਟਰਪਤੀ ਸਾਹਿਬ ਨੂੰ ਵੀ ਅਪੀਲ ਕਰਦੇ ਹਾਂ ਕਿ ਰਾਸ਼ਟਰਪਤੀ ਸਾਹਿਬ, ਸਾਨੂੰ ਪਤਾ ਲੱਗਿਆ ਕਿ ਤੁਸੀਂ ਇੱਕ ਗਰੀਬ ਘਰਾਣੇ ਦੇ ਰਾਸ਼ਟਰਪਤੀ ਹੋ, ਤੇ ਜੇ ਤੁਸੀਂ ਵਾਕਈ ਗਰੀਬ ਘਰਾਣੇ ਦੇ ਰਾਸ਼ਟਰਪਤੀ ਹੋ ਤੇ ਅੱਜ ਕਿਸਾਨ ਦੇ ਹੱਕ 'ਚ ਹਰ ਨਾਰਾ ਮਾਰੋ। ਅੱਜ ਕਿਸਾਨ ਮਾਰਿਆ, ਅੱਜ ਮਜ਼ਦੂਰ ਮਾਰਿਆ, ਅੱਜ ਲੋਕ ਮਾਰੇ ਆ, ਤੇ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਆਹ ਦਿੱਲੀ ਵਾਲੀ ਦੂਰ ਨਹੀਂ ਹੈਗਾਗਾ, ਇੱਥੋਂ ਆਹੀ ਜੱਥਾ ਲੈ ਕੇ ਅਸੀਂ ਦਿੱਲੀ ਵੱਲ ਨੂੰ ਤੁਰ ਪੈਣਾ। ਤੇ ਫੇਰ ਨਾ ਕਿਉਂ ਕਿ ਕਿਸਾਨਾਂ ਨੇ ਆਹ ਕਰਤਾ, ਕਿਸਾਨਾਂ ਨੇ ਉਹ ਕਰਤਾ। ਕਿਸਾਨ ਪਹਿਲਾਂ ਹੀ ਬਹੁਤ ਮੰਦਹਾਲੀ ਦੇ ਵਿੱਚ ਆ, ਕਿਸਾਨ ਕਰਜ਼ੇ ਨਾਲ ਡੁੱਬਿਆ ਪਿਆ, ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਕਿਸਾਨ ਆਪਣੇ ਧੀ ਦੀ ਵਿਆਹ ਦੇ ਲਈ ਆਪਣੇ ਗੁਰਦੇ ਤੱਕ ਵੇਚ ਰਿਹਾ। ਆਹ ਹਾਲਤ ਇਹਨਾਂ ਨੇ ਅੱਜ ਕਿਸਾਨ ਦੀ ਕਰਤੀ, ਤੇ ਉੱਤੋਂ ਦੀ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ। ਯਾਰ ਜਦ ਕਿਸਾਨ ਨੂੰ ਨਹੀਂ ਮਨਜ਼ੂਰ, ਤੁਹਾਨੂੰ ਨਹੀਂ ਮਨਜ਼ੂਰ, ਮੇਰਾ ਢਿੱਡ ਭਰਿਆ, ਮੈਂ ਕਹਿੰਦਾ ਮੇਰਾ 3 ਰੋਟੀਆਂ ਨਾਲ ਢਿੱਡ ਭਰ ਗਿਆ, ਮੇਰੇ ਧੱਕੇ ਨਾਲ ਹੋਰ ਰੋਟੀਆਂ ਤੁੰਨੋਗੇ ਨਹੀਂ ਜੀ, ਤੁਹਾਨੂੰ ਤਾਂ ਲਓ ਜੀ ਇਹ ਬਿੱਲ ਮਨਜ਼ੂਰ ਆ। ਕਿੱਦਾਂ ਮਨਜ਼ੂਰ ਆ ਜੀ ਦੱਸੋ? ਯਾਰ ਕਿਸਾਨ ਕਹਿ ਰਿਹਾ, ਕਿਸਾਨ ਕੋਈ ਅਨਪੜ੍ਹ ਆ ਜੀ? ਅਸੀਂ ਪਿੰਡਾਂ 'ਚੋਂ ਆਏ ਆ, ਇੱਥੋਂ 150 ਕਿਲੋਮੀਟਰ ਤੋਂ ਉੱਠ ਕੇ ਆਏ ਆ। ਅਸੀਂ ਕਿਉਂ ਆਏ ਆ? ਕਿਉਂਕਿ ਤਾਂ ਆਏ ਆ ਜੀ, ਇਹ ਸਾਡੀ ਜਿਹੜੀ ਕਿਸਾਨੀ ਆ ਇਹ ਅੱਜ ਮਰ ਰਹੀ ਆ, ਅਸੀਂ ਇਹਨੂੰ ਬਚਾਉਣ ਵਾਸਤੇ ਆਏ ਆ। ਜੋ ਵੀ ਸੰਘਰਸ਼ ਕਰਨਾ ਪਿਆ ਉਹ ਹਰ ਇੱਕ ਸੰਘਰਸ਼ ਕਰਾਂਗੇ, ਕੰਮਕਾਰ ਛੱਡ ਦਾਂਗੇ, ਨੌਕਰੀਆਂ ਜਾਂਦੀਆਂ ਜਾਣ ਦੇ, ਜੋ ਹੁੰਦਾ ਜੀ ਹੋ ਲੈਣ ਦਿਓ। ਕਿਸਾਨਾਂ ਦੇ ਨਾਲ ਆ, ਕਿਸਾਨਾਂ ਲਈ ਕੁਰਬਾਨੀ ਦੇਣੀ ਪਈ। ਸਭ ਤੋਂ ਪਹਿਲਾਂ ਦਿੱਲੀ ਜਾ ਕੇ ਸ਼ਹੀਦ ਹੋਊਂਗਾ। ਅੱਜ ਜਿੱਥੇ ਮਰਜ਼ੀ ਲੈਟ ਦੇ ਵਿੱਚ ਪਹਿਲੇ ਨਾਂ ਤੇ ਮੇਰਾ ਨਾਂ ਲਿਖ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਸਰਕਾਰਾਂ ਇਹ ਨਾ ਸੋਚਣ ਵੀ ਕਿਸਾਨ ਦੀ ਫਸਲ ਆਈ ਹੋਈ ਆ, 2-4 ਦਿਨ ਇੱਥੇ ਧਰਨਾ ਲਾਊਗਾ, ਉਦੋਂ ਬਾਅਦ ਆਪਦਾ ਝੋਨਾ ਵੱਢਣ ਵਗ ਜੂ। ਅਸੀਂ ਝੋਨਾ ਆਪਦਾ ਰੋਲ ਦਿਆਂਗੇ, ਅਸੀਂ ਨਾ ਵੱਢਾਂਗੇ, ਨਾ ਵੇਚਾਂਗੇ। ਜਿਹੜੀ ਚੀਜ਼ ਸਦਾ ਲਈ ਬੰਦ ਹੋ ਰਹੀ ਹੈ, 1 ਸਾਲ ਅਸੀਂ ਕੱਟ ਲਾਂਗੇ ਔਕੇ ਸੌਕੇ, ਨਹੀਂ ਅਸੀਂ ਸਦਾ ਲਈ ਮਾਰੇ ਜਾਵਾਂਗੇ, ਸਾਡੇ ਜਵਾਕਾਂ ਦਾ ਭਵਿੱਖ ਮਾਰਿਆ ਜਾਊ। ਇਹ ਸਰਕਾਰ ਨੂੰ ਗਲਤ ਫਹਿਮੀ ਆ, ਜਾਂ ਹੋਰ ਜਿਹੜੇ ਹੈਗੇ ਆਪਣੇ ਇੰਟੈਲੀਜੈਂਸ ਨੂੰ ਗਲਤ ਫਹਿਮੀ ਇਹ ਵੀ ਕਿਸਾਨ ਮੁੜ ਕੇ ਝੋਨੇ ਚੁਲਝ ਜੂ, ਨਰਮੇ ਚੁਲਝ ਜੂ। ਇਹ ਅਸੀਂ ਕਿਸਾਨੀ ਤੌਰ ਤੇ ਜਿੰਨੇ ਸਾਡੇ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਗੱਲ ਕਰ ਚੁੱਕੇ, ਸਾਰੇ ਕਿਸਾਨਾਂ ਤੱਕ ਪਹੁੰਚਾ ਚੁੱਕੇ ਆ ਵੀ 1 ਸਾਲ ਜੇ ਸਾਡੀ ਫਸਲ ਰੋਲ ਜੂ ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇਹਦੀ ਮੋਦੀ ਦੇ ਅਸੀਂ ਧੌਣ ਤੇ ਗੋਡਾ ਧਰ ਕੇ ਬਿੱਲ ਕੈਂਸਲ ਕਰਾਵਾਂਗੇ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਜੀ, ਮੋਦੀ ਦਿੱਲੀ ਆ ਕੇ ਪੰਜਾਬ ਤੇਰੀ ਪੱਟੂ ਬੋਦੀ। ਬਿਲਕੁਲ ਜੀ। ਤੇ ਇੱਥੇ ਕਹਿੰਦੇ ਜੇ ਸ਼ਹਾਦਤਾਂ ਦੇਣੀਆਂ ਪਈਆਂ ਤੇ ਸ਼ਹਾਦਤਾਂ ਦੇਣਗੇ। ਗੱਲ ਲੰਗਰ ਤੋਂ ਸ਼ੁਰੂ ਹੋਈ ਸੀ ਤੇ ਗੱਲ ਸ਼ਹਾਦਤ ਤੇ ਜਾ ਕੇ ਖੜੀ ਆ। ਅੱਗੇ ਜਾ ਕੇ ਦੇਖਦੇ ਆ, ਸੇਵਾ ਹੋਰ ਵੀ ਲੋਕ ਕਰ ਰਹੇ ਨੇ, ਪਰ ਸੇਵਾ ਦਾ ਮਤਲਬ ਇਹ ਨਹੀਂ ਕਿ ਜੇ ਹਿਰਦਾ ਨਰਮ ਹੈਗਾ ਤੇ ਮਨਸੂਬੇ ਜਿਹੜੇ ਨੇ ਉਹ ਵੀ ਨਰਮ ਹੈਗੇ। ਨਹੀਂ, ਜੇ ਹਿਰਦਾ ਨਰਮ ਹੈਗਾ ਸੇਵਾ ਵਾਸਤੇ ਤੇ ਮਨਸੂਬੇ ਜਿਹੜੇ ਨੇ ਉਹ ਉਤਾਂਹ ਦੇ ਹੈਗੇ ਨੇ, ਟਾਰਗੇਟ ਜਿਹੜਾ ਹੈ ਉਤਾਂਹ ਦਾ ਹੈਗਾ। ਕੁਛ ਅਜਿਹੀ ਸ਼ਬਦਾਵਲੀ ਵੀ ਯੂਜ਼ ਕਰ ਰਹੇ ਨੇ ਜਿਹੜੀ ਨਹੀਂ ਕਰਨੀ ਚਾਹੀਦੀ ਹੈਗੀ, ਪਰ ਗੱਲ ਇੱਥੇ ਉਹ ਨਹੀਂ ਆ। ਗੱਲ ਇੱਥੇ ਹੱਕਾਂ ਦੀ ਆ, ਗੱਲ ਇੱਥੇ ਉਸ ਸੰਘਰਸ਼ ਦੀ ਆ ਜਿਹੜਾ ਕਿ ਪਹਿਲੇ ਦਿਨ ਤੋਂ ਜਦੋਂ ਤੋਂ ਸ਼ੁਰੂ ਹੋਇਆ ਤੁਹਾਨੂੰ ਇੱਕ ਤਸਵੀਰ ਦਿਖਾ ਤਾਂ ਰਹੇ ਆ, ਪਰ ਇੱਥੇ ਲੋੜ ਹੈ ਹਰ ਉਸ ਤਸਵੀਰ ਨੂੰ ਦਿਖਾਉਣ ਦੀ ਜਿਹੜੀ ਕਿ ਇਸ ਵਕਤ ਦਿੱਲੀ ਨੂੰ ਹਾਂ ਮਾਰ ਰਹੀ ਆ। ਕਹਿ ਰਹੀ ਆ ਕਿ ਕੁਝ ਵੀ ਕਰਾਂਗੇ
ਪਰ ਇਸ ਦੇ ਖਿਲਾਫ ਹਾਂ ਕਿਸਾਨ ਮਾਰੂ ਨੀਤੀ ਨੂੰ ਕਦੀ ਵੀ ਉਸ ਗਰਾਊਂਡ ਤੇ ਨਹੀਂ ਆਣ ਦੇਵਾਂਗੇ ਕਿ ਬਾਕੀ ਸਾਰੇ ਕਿਸਾਨ ਜਿਹੜੇ ਨੇ ਉਹ ਸਾਰੇ ਰੁਲ ਜਾਣ। ਤੇ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਵੀ ਕੀਤਾ ਹੋਇਆ। ਗੱਲ ਇੱਥੇ ਲੰਗਰ ਦੀ ਚੱਲ ਰਹੀ ਸੀ ਕਿ ਸੇਵਾ ਜਿਹੜੀ ਹੈ ਉਹ ਕਰ ਰਹੇ ਹੈਗੇ ਨੇ। ਹਾਂਜੀ ਕਿੱਥੋਂ ਆਏ ਹੋ ਜੀ? ਫਰੀਦਪੁਰ ਜੱਟਾਂ ਤੋਂ ਹੀ ਜੀ ਤੇ ਕੀ ਲੈ ਕੇ ਆਏ ਹੋ? ਪ੍ਰਸ਼ਾਦਾ ਦਾਲ ਰੋਟੀ। ਹਾਂਜੀ ਠੀਕ ਹੈ। ਤੇ ਇੱਥੋਂ ਕਿੰਨੇ ਕਿਲੋਮੀਟਰ ਦੂਰ ਆ ਤੁਹਾਡਾ ਪਿੰਡ? 15 ਕਿਲੋਮੀਟਰ ਹੀ। ਹਾਂਜੀ ਇਹ ਸੇਵਾ ਜਿਹੜੇ ਨੇ ਉਹ ਕਰ ਰਹੇ ਹੈਗੇ ਨੇ ਤੇ ਨਾਲੋਂ ਨਾਲ ਦੇਖੋ ਕਿ ਇੱਥੇ ਲੋਕ ਲੰਗਰ ਛਕ ਵੀ ਰਹੇ ਨੇ। ਇੱਥੇ ਆਪਣੇ ਵੱਲੋਂ ਇਹੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਜਿਹੜਾ ਹੈ ਉਹ ਕਿਸੇ ਵੀ ਚੀਜ਼ ਦੇ ਇਨਸਾਨੀਅਤ ਦੇ ਤਾਂ ਬਿਲਕੁਲ ਖਿਲਾਫ ਨਹੀਂ ਹੈਗਾ, ਪਰ ਜੇ ਕਿਸਾਨ ਦੇ ਖਿਲਾਫ ਕੋਈ ਜਾਏਗਾ ਨਾ ਤੇ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੁਨੀਤ ਕੌਰ, ਸਾਂਝਾ ਟੀਵੀ, ਸ਼ੰਭੂਪੁਰ। अंबाड़े दे जी, बलाना गांव है जी, बलाना गांव से। ਇਹ ਤੁਸੀਂ ਮੰਨਦੇ ਹੋ ਕਿ ਇਹ ਪੂਰਾ ਦਾ ਪੂਰਾ ਸੰਘਰਸ਼ ਪੂਰੇ ਦੇਸ਼ ਦਾ ਹੈਗਾ, ਇਕੱਲੇ ਪੰਜਾਬ ਦਾ ਨਹੀਂ? सरकार सारा देश का जी, सरकार नु घेरना था, मोदी नु थल देंगे। जितने दिन मांग पूरी नहीं होती उतने दिन यही धरना लगातार लगता रहेगा, लगातार। ਪੰਜਾਬ ਦੇ ਨਾਲ ਨਾਲ ਹਰਿਆਣਾ ਜਿਹੜਾ ਹੈ, ਹਰਿਆਣਾ ਵੀ ਨਾਲੋਂ ਨਾਲ ਜੁਟ ਗਿਆ ਹੈਗਾ। ਨਾਲੋਂ ਨਾਲ ਹਰਿਆਣੇ ਦੇ ਜਿਹੜੇ ਲੋਕ ਨੇ ਉਹ ਵੀ ਸਾਹਮਣੇ ਆ ਗਏ ਨੇ। ਸੋ ਸੰਘਰਸ਼ ਦੀ ਗੱਲ ਜਿਹੜੀ ਆ ਹੋ ਰਹੀ ਹੈਗੀ ਆ ਤੇ ਤਦਾਦ ਜਿਵੇਂ ਜਿਵੇਂ ਦਿਨ ਲੰਘਦਾ ਜਾ ਰਿਹਾ, ਤਦਾਦ ਜਿਹੜੀ ਆ ਸਭ ਦੀ ਉਹ ਉਸੇ ਤਰ੍ਹਾਂ ਵਧੀ ਜਾ ਰਹੀ ਹੈਗੀ ਆ। ਸੋ ਬਾਈਕਸ ਦੇ ਉੱਤੇ, ਟਰੈਕਟਰ ਟਰਾਲੀਜ਼ ਦੇ ਉੱਤੇ ਲੋਕ ਜਿਹੜੇ ਨੇ ਪਹੁੰਚ ਰਹੇ ਨੇ, ਕਿਸਾਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਤੇ ਇਹ ਪ੍ਰਦਰਸ਼ਨ ਜਿਹੜਾ ਹੈ ਇਹ ਲਗਾਤਾਰ ਉਸ ਰਾਹ ਤੇ ਹੋ ਨਿਬੜ ਰਿਹਾ ਹੈ ਜਿੱਥੇ ਕਿ ਸੋਚਿਆ ਸੀ, ਜਿੱਥੇ ਕਿ ਇੱਕ ਦਲੀਲ ਸੀ ਕਿ ਸਾਡੀ ਗੱਲ ਸੁਣੀ ਜਾਏ, ਸਾਡੀ ਗੱਲ ਮੰਨੀ ਜਾਏ। ਸੋ ਜ਼ਰੂਰ ਸਰਕਾਰ ਦੇ ਕੰਨਾਂ ਤੱਕ ਇਹ ਗੂੰਜ ਨਾ ਪਹੁੰਚੇ ਤਾਂ ਹੋ ਹੀ ਨਹੀਂ ਸਕਦਾ, ਇਹ ਗੂੰਜ ਜ਼ਰੂਰ ਪਹੁੰਚ ਰਹੀ ਹੋਏਗੀ। ਪੁਨੀਤ ਕੌਰ, ਸਾਂਝਾ ਟੀਵੀ, ਸ਼ੰਭੂਪੁਰ। ਸੰਘਰਸ਼ ਦੀ ਗੱਲ ਕਰ ਰਹੇ ਹਾਂ, ਸਵੇਰ ਤੋਂ ਸੰਘਰਸ਼ ਦੀ ਗੱਲ ਕਰ ਰਹੇ ਹਾਂ ਤੇ ਹੁਣ ਜਿਹੜਾ ਹੈ ਇਹ ਵੇਲਾ ਆ ਗਿਆ ਹੈ ਕਿ ਜਦੋਂ ਲੋਕਾਂ ਦਾ ਇੱਕ ਫਾਈਨਲ ਵਰਡਿਕਟ ਵੀ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਅੱਜ ਆਏ ਹੋ, ਕੀ ਸੋਚ ਕੇ ਆਏ ਹੋ? ਇੱਧਰੋਂ ਹਰਿਆਣਾ ਵਾਲੇ ਵੀ ਆ ਗਏ, ਇੱਧਰੋਂ ਪੰਜਾਬ ਵਾਲੇ ਵੀ ਆ ਗਏ। ਲੜਾਈ ਪੂਰੇ ਦੇਸ਼ ਦੀ ਲੜਾਈ ਹੈ, ਕੀ ਲੱਗਦਾ ਕਿੰਨੀ ਲੰਬੀ ਚੱਲੂ? ਵੇਖੋ ਜੀ, ਇਹ ਲੜਾਈ ਬਹੁਤ ਲੰਬੀ ਚੱਲਣੀ ਹੈ। ਜਿੰਨਾ ਟਾਈਮ ਇਹ ਬਿੱਲ 'ਚ ਸੋਧ ਨਹੀਂ ਕਰਦੇ ਉਹਨਾਂ ਟਾਈਮ ਅਸੀਂ ਲੜਾਂਗੇ, ਅਸੀਂ ਇਹ ਪ੍ਰੋਟੈਸਟ ਜਾਰੀ ਰੱਖਾਂਗੇ, ਕਿਉਂਕਿ ਇਹ ਜਿਹੜਾ ਬਿੱਲ ਹੈ ਨਾ ਇਹ ਸਾਡੀ ਰੋਟੀ ਖੋਏਗਾ ਜੀ। ਕਿਸਾਨਾਂ ਦੇ ਮਾਰੂ ਹੈ ਤੇ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਏਕਤਾ ਹੈ ਨਾ ਉਹਨੂੰ ਭੰਗ ਕੀਤਾ ਜਾਏਗਾ ਇਹ ਬਿੱਲ ਨੇ। ਤੇ ਜਿਹੜਾ ਮਤਲਬ ਕਿਸਾਨ ਆ ਜਿਹਦੀ ਜੀਰੀ ਮਤਲਬ ਇਹਨਾਂ ਨੇ MSP ਮੈਂਸ਼ਨ ਨਹੀਂ ਕੀਤੀ ਬਿੱਲ ਦੇ ਵਿੱਚ, ਤੇ ਪ੍ਰਾਈਵੇਟ ਜਿਹੜੇ ਸੈਕਟਰ ਨੇ ਉਹਨਾਂ ਨੇ ਕਿਸੇ ਜ਼ਿਮੀਂਦਾਰ ਦਾ 2200 ਰੇਟ ਚੱਕਤਾ, ਕਿਸੇ ਦਾ 1300 ਕਰਤਾ। ਜਿਹਦਾ ਜ਼ਿਮੀਂਦਾਰ ਦਾ 2200 ਰੇਟ ਆ ਗਿਆ ਉਹ ਘਰ ਚਲਾ ਗਿਆ, ਜਿਹੜਾ 1300 ਆ ਗਿਆ ਉਹ ਕਿੰਨੀ ਕੁ ਲੜਾਈ ਲੜੇਗਾ। ਇਹ ਜਿਹੜੀ ਨੀਤੀ ਹੈ ਨਾ ਇਹ ਹੈ ਹੀ ਕਿਸਾਨ ਨੂੰ ਪਾੜਨ ਲਈ ਹੈ ਤੇ ਅਸੀਂ ਇਹ ਨੀਤੀ ਨੂੰ ਮਤਲਬ ਲਾਗੂ ਨਹੀਂ ਹੋਣ ਦੇਵਾਂਗੇ। ਅਸੀਂ ਸੜਕਾਂ ਤੇ ਅੱਜ ਆਏ ਆ ਤੇ ਅੱਗੇ ਤੱਕ ਜਿੰਨਾ ਟਾਈਮ ਇਹ ਬਿੱਲ ਜਾਂ ਸੋਧ ਨਹੀਂ ਕਰਦੇ ਅਸੀਂ ਸੜਕਾਂ ਤੇ ਹੀ ਰਵਾਂਗੇ ਜੀ। ਕੀ ਕਹੋਗੇ ਇਸ ਪੂਰੇ ਦੇ ਪੂਰੇ ਸੰਘਰਸ਼ ਬਾਰੇ? ਕਿਉਂਕਿ ਜਦ ਸਵੇਰੇ ਆਏ ਸੀ ਤੇ ਲੱਗ ਨਹੀਂ ਰਿਹਾ ਸੀ ਇੰਨਾ ਇਕੱਠ, ਤੇ ਹੁਣ ਜਿਹੜਾ ਇਕੱਠ ਹੈ ਉਹ ਇੰਨਾ ਕਿ ਇਕੱਠ ਹੈ ਕਿ ਤਿਲ ਸੁੱਟਣ ਦੀ ਜਗ੍ਹਾ ਨਹੀਂ ਜੀ। ਬਿਲਕੁਲ, ਇਕੱਠ ਜਿਵੇਂ ਸਮਾਂ ਲੰਘਦਾ ਜਾਂਦਾ ਉਵੇਂ ਇਕੱਠ ਵੱਧਦਾ ਜਾਂਦਾ ਹੈ, ਪਰ ਹਾਲੇ ਵੀ
ਜੇ ਵੇਖਿਆ ਜਾਵੇ 40% ਯੂਥ ਜਿਹੜਾ ਆਇਆ ਹੈ ਤੇ 60% ਯੂਥ ਹੱਲੇ ਘਰਾਂ 'ਚ ਬੈਠਾ ਹੈ। ਉਹਨਾਂ ਨੂੰ ਅਪੀਲ ਹੈ ਵੀ ਵੱਧ ਚੜ ਕੇ ਆਪਣਾ ਇਸ ਇਕੱਠ ਦੇ ਵਿੱਚ ਆਓ ਤੇ ਜਿਹੜਾ ਇਸ ਇਕੱਠ ਨੂੰ ਮਜ਼ਬੂਤ ਕਰੀਏ ਤੇ ਆਪਾਂ ਦਿੱਲੀ ਤੱਕ ਆਪਣੀ ਆਵਾਜ਼ ਪਹੁੰਚਾਈਏ ਤੇ ਇਸ ਬਿੱਲ ਨੂੰ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਸੋਧ ਕਰਵਾਈਏ ਜਾਂ ਰੱਦ ਕਰਵਾਈਏ। ਇਕਜੁੱਟ ਹੋ ਕੇ ਹੋਣਾ। ਘਰਾਂ 'ਚ ਬੈਠਿਆਂ ਜਾਂ ਫੇਸਬੁੱਕਾਂ ਤੇ ਉੱਤੇ ਜਿਹੜਾ ਚਲਾਉਂਦੇ ਆ ਆਪਾਂ ਉਂਗਲੀਆਂ ਚਲਾਇਆ ਨਹੀਂ ਕੋਈ ਵੀ ਕੰਮ ਬਣਨਾ। ਇੱਥੇ ਆ ਕੇ ਰੋਡਾਂ ਦੇ ਉੱਤੇ ਆ ਕੇ ਸਰਕਾਰ ਨੂੰ ਆਪਣੀ ਆਵਾਜ਼ ਪਹੁੰਚਾਵਾਂਗੇ ਤਾਂ ਹੀ ਕੋਈ ਨਾ ਕੋਈ ਹੱਲ ਨਿਕਲਣਾ, ਨਹੀਂ ਤਾਂ ਘਰਾਂ ਦੇ ਵਿੱਚ ਬੈਠਿਆਂ ਕੋਈ ਹੱਲ ਨਹੀਂ ਨਿਕਲਣਾ ਹੈਗਾ। ਤੇ ਇਹੀ ਗੱਲ ਕਹਿ ਰਹੇ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਹੋਏ ਨੇ, ਜਿਹੜੇ ਇੰਪੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇੱਥੇ ਇਹ ਜਿਹੜਾ ਇਕੱਠ ਹੈ ਇਹ ਦਰਸਾਉਂਦਾ ਹੈ ਕਿ ਇਹ ਲੋਕ ਨਿਕਲ ਕੇ ਆਏ ਨੇ ਕਿਉਂਕਿ ਇਹਨਾਂ ਨੂੰ ਫਿਕਰ ਹੈਗੀ ਆ, ਇਹਨਾਂ ਨੂੰ ਫਿਕਰ ਹੈਗੀ ਆ ਆਪਣੀ, ਇਹਨਾਂ ਨੂੰ ਫਿਕਰ ਹੈਗੀ ਆ ਅੱਜ ਦੀ, ਇਹਨਾਂ ਨੂੰ ਫਿਕਰ ਹੈਗੀ ਆ ਆਉਣ ਵਾਲੇ ਕੱਲ੍ਹ ਦੀ। ਤੇ ਅਜਿਹੇ ਵਿੱਚ ਇਹਨਾਂ ਦਾ ਇਹ ਇਕੱਠ ਇਹ ਦਰਸਾਉਂਦਾ ਹੈਗਾ ਕਿ ਇਹ ਆਵਾਜ਼ ਜਿਹੜੀ ਹੈ ਦੂਰ ਤੱਕ ਜਾਏਗੀ। ਸਾਡੀ ਟੀਮ ਲਗਾਤਾਰ ਇਸ ਤੇ ਤੁਹਾਨੂੰ ਅਪਡੇਟਸ ਦੇ ਰਹੀ ਹੈਗੀ ਆ ਤੇ ਇਸ ਮੁੱਦੇ ਦੇ ਉੱਤੇ ਜਿੱਥੇ ਵੀ ਆਣ ਖੜਨਾ ਹੋਏਗਾ FII ਮੀਡੀਆ ਉੱਥੇ ਖੜਾ ਰਹੇਗਾ। ਫਿਲਹਾਲ ਇੰਨਾ ਹੀ। ਸਤਿ ਸ਼੍ਰੀ ਅਕਾਲ।